प्रोग्राम च मेरा साथ देने लिए साडे टीम मैंबर ने जी, साडे वीर जी डॉक्टर हरदीप सिंह अटवाल साडे नाल ने। अज साडा विषय जिहड़ा पहली सैगमेंट च असीं तुहाडे नाल गलबात करनी आ वो है कि भारत विच ਜਿਹੜਾ ਵੱਡੀ ਮਹਾਮਾਰੀ ਦੇ ਦੌਰਾਨ ਸਾਡਾ ਹੈਲਥ ਸਿਸਟਮ ਕਲੈਪਸ ਹੋਇਆ, ਜਿਹੜੀ ਦੁਨੀਆ ਭਰ ਵਿੱਚ ਚਰਚਾ ਚੱਲ ਰਹੀ ਆ, ਇਹਦੇ ਪਿੱਛੇ ਕੀ ਕੀ ਕਾਰਨ ਨੇ। ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਆਪਾਂ ਇਹਦੇ ਤੇ ਥੋੜੀ ਚਰਚਾ ਕਰੀਏ, ਦੇਖੀਏ ਕਿ ਕਾਰਨ ਕਿੱਥੇ ਪਏ ਨੇ। ਇਹ ਜੋ ਕੁਝ ਹੋਇਆ ਇਹਦੇ ਲਈ ਤਿਆਰੀ ਨਹੀਂ ਸੀਗੀ, ਸਰਕਾਰਾਂ ਦੀ ਅਣਗਹਿਲੀ ਆ ਜਾਂ ਸਾਡਾ ਸਿਸਟਮ ਜਿਹੜਾ ਢਾਂਚਾ ਸਾਡਾ ਉਹਦੇ ਵਿੱਚ ਕੋਈ ਕਮੀ ਆ, ਜਾਂ ਫਿਰ ਜਿਹੜੇ ਅਸੀਂ ਕੰਮ ਕਰਨ ਵਾਲੇ ਉੱਥੇ ਲੋਕ ਆ ਹੇਠਲੀ ਪੱਧਰ ਤੇ ਉਹਨਾਂ ਦਾ ਕੋਈ ਕਸੂਰ ਹੈ। ਨਿਰਪਰਾ ਆਪਾਂ ਸਰਕਾਰ ਦਾ ਕਸੂਰ ਕੱਢ ਕੇ ਜਿਹੜੇ ਆ ਉਹ ਅਸੀਂ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕਦੇ। ਉਹਦੇ ਲਈ ਜਿਹੜੀਆਂ ਵੀ ਹੋਰ ਗੱਲਾਂ ਸਾਨੂੰ ਨਜ਼ਰ ਆਉਂਦੀਆਂ ਨੇ, ਡਾਕਟਰ ਸਾਹਿਬ ਲੰਬਾ ਸਮਾਂ ਹੈਲਥ ਦੇ ਨਾਲ ਰਿਲੇਟਡ ਰਹੇ ਨੇ ਔਰ ਉਹਨਾਂ ਨੂੰ ਸਾਰੀਆਂ ਜਿਹੜੀਆਂ ਬਰੀਕੀਆਂ ਪਤਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਕਿੱਥੇ ਕਮੀ ਆ। ਕਿ ਕੱਲੀ ਜਿਹੜੀ ਆ ਆਰਥਿਕ ਜਿਹੜੀ ਮੰਦਵਾੜਾ ਹੁੰਦਾ ਹੈ ਜਾਂ ਹਮੇਸ਼ਾ ਸਾਡੇ ਮੁਲਕ 'ਚ ਇਹ ਗੱਲ ਕਹੀ ਜਾਂਦੀ ਆ ਕਿ ਸਾਡੇ ਕੋਲ ਰਿਸੋਰਸਸ ਬਹੁਤ ਘੱਟ ਨੇ। ਦੂਜੇ ਪਾਸੇ ਕਈ ਵਾਰ ਦੇਖਦੇ ਆ ਕਿ ਆਪਾਂ ਇੱਕ ਸੁਪਰ ਸ਼ਕਤੀ ਬਣਨ ਵਾਲੇ ਪਾਸੇ ਵਧ ਰਹੇ ਸੀ। ਕੁਝ ਚਿਰ ਪਹਿਲਾਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਕਿ ਅਸੀਂ 2025 ਤੱਕ ਚਾਈਨਾ ਨੂੰ ਪਛਾੜ ਕੇ ਦੁਨੀਆ ਵਿੱਚ ਜਿਹੜਾ ਸੁਪਰ ਪਾਵਰ ਬਣਨ ਦਾ ਸੁਪਨਾ ਪਾਲ ਰਹੇ ਸੀਗੇ। ਪਰ ਜਿਸ ਤਰੀਕੇ ਨਾਲ ਥੋੜੀ ਜਿਹੀ ਵੀ ਕੋਈ ਸਮੱਸਿਆ ਆਉਂਦੀ ਆ ਉਹਦੇ ਨਾਲ ਅਸੀਂ ਸਿੱਝਦੇ ਆ, ਉਹਦੇ ਨਾਲ ਸਾਡੀਆਂ ਜਿਹੜੀਆਂ ਸਰਕਾਰਾਂ ਉਹਦੇ ਨਾਲ ਕੋਸ਼ਿਸ਼ ਕਰਦੀਆਂ ਨੇ ਉੱਤੇ ਕਾਬੂ ਪਾਉਣ ਲਈ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਤੇ ਬਿਲਕੁਲ ਹੀ ਕੋਈ ਅਨਟ੍ਰੇਨਡ ਲੋਕ ਜਿਹੜੇ ਆ ਪੋਲੀਟੀਕਲੀ ਵੀ ਬੈਠੇ ਹੋਏ ਆ ਤੇ ਜਿਹੜੇ ਐਕਸਪਰਟ ਨੇ ਜਾਂ ਤੇ ਉਹਨਾਂ ਨੂੰ ਨਾਲ ਨਹੀਂ ਲਿਆ ਜਾਂਦਾ, ਜਾਂ ਫਿਰ ਉਹ ਜਿਹੜੇ ਐਕਸਪਰਟ ਨੇ ਉਹ ਸਿਰਫ ਖੁਸ਼ਨੂਦੀ ਹਾਸਲ ਕਰ ਲਈ ਇਸ ਤਰ੍ਹਾਂ ਦਾ ਹੀ ਰਾਏ ਦਿੰਦੇ ਆ ਸਰਕਾਰਾਂ ਨੂੰ ਕਿ ਬਸ ਚੱਲੀ ਚੱਲੋ ਜੀ, ਤੁਸੀਂ ਆਪਣੇ ਢੰਗ ਨਾਲ ਚੱਲੀ ਚੱਲੋ, ਸਾਰਾ ਕੁਝ ਠੀਕ ਆ। ਦੂਸਰਾ ਜਿਹੜਾ ਹੁਣ ਇਸ ਕੋਵਿਡ ਮਹਾਮਾਰੀ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਜਿੰਨੀਆਂ ਉੱਥੇ ਮੌਤਾਂ ਹੋ ਰਹੀਆਂ ਨੇ, ਮਨੁੱਖੀ ਜਾਨ ਦੀ ਜਿਹੜੀ ਕੀਮਤ ਹੈ ਉਹ ਭਾਰਤ ਵਿੱਚ ਬਿਲਕੁਲ ਨਹੀਂ ਹੈ। ਪਹਿਲਾਂ ਤਾਂ ਜਿਹੜਾ ਆਪਾਂ ਸਮਝਦੇ ਆ ਕਿ ਜਿਹੜੇ ਰਿਮੋਟ ਏਰੀਆ ਨੇ ਉੱਥੇ ਗਰੀਬ ਲੋਕ ਰਹਿੰਦੇ ਨੇ ਜਾਂ ਜਿਹੜੇ ਆਰਥਿਕ ਪੱਖੋਂ ਬਹੁਤ ਕਮਜ਼ੋਰ ਨੇ ਉਹਨਾਂ ਦੀ ਹਾਲਤ ਇਹ ਸੀ, ਪਰ ਜਿਹੜੀ ਇਹ ਮਹਾਮਾਰੀ ਆ ਉਹਨੇ ਵੱਡੇ ਵੱਡੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਨੇ। ਸੋ ਆਪਾਂ ਇਹ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਨੇ ਡਾਕਟਰ ਹਰਦੀਪ ਅਟਵਾਲ ਦੇ ਨਾਲ ਜੀ। ਸੋ ਡਾਕਟਰ ਸਾਹਿਬ ਪਹਿਲਾਂ ਤੁਹਾਡਾ ਜੀ ਆ, ਤੁਹਾਨੂੰ ਕੀ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ, ਥੈਂਕ ਯੂ ਸੋ ਮਚ ਜੀ। ਸਾਰੇ ਸਰੋਤਿਆਂ ਨੂੰ ਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਭ ਨੂੰ ਤੇ ਗੁੱਡ ਆਫਟਰਨੂਨ, ਗੁੱਡ ਈਵਨਿੰਗ ਜੀ। ਡਾਕਟਰ ਸਾਹਿਬ ਮੈਂ ਤੁਹਾਨੂੰ ਰਿਕੁਐਸਟ ਇਸੇ ਕਰਕੇ ਕੀਤੀ ਸੀ ਕਿ ਤੁਸੀਂ ਰਹੇ ਹੋ ਇਸ ਸਿਸਟਮ ਦਾ ਇੱਕ ਹਿੱਸਾ ਰਹੇ ਹੋ। ਰਾਦਰ ਮੈਂ ਵੀ ਅੱਗੇ ਚੱਲ ਕੇ ਦੱਸਾਂਗਾ ਕਿ ਇਨਡਾਇਰੈਕਟਲੀ ਮੈਂ ਵੀ ਥੋੜਾ ਚਿਰ ਜਿਹੜਾ ਹੈਲਥ ਡਿਪਾਰਟਮੈਂਟ ਦੇ ਨਾਲ ਵਾਬਸਤਾ ਰਿਹਾ, ਮੇਰੀਆਂ ਸਰਵਿਸਿਜ਼ ਵੀ, ਤੇ ਆਪਾਂ ਉੱਥੇ ਕੀ ਅਬਜ਼ਰਵ ਕੀਤਾ। ਤੁਸੀਂ ਲੰਬਾ ਸਮਾਂ ਸਰਵਿਸ ਦਿੱਤੀਆਂ ਨੇ ਔਰ ਜਦੋਂ ਇੱਕ ਵਿਅਕਤੀ ਮੈਡੀਕਲ ਕਾਲਜ ਚੋਂ ਨਿਕਲਦਾ ਹੈ ਜਾਂ ਇੰਜੀਨੀਅਰਿੰਗ ਕਾਲਜ ਚੋਂ ਨਿਕਲਦਾ ਹੈ ਜਾਂ ਕਿਸੇ ਵੀ ਆਪਣੀ ਪ੍ਰੋਫੈਸ਼ਨਲ ਡਿਗਰੀ ਤੋਂ ਬਾਅਦ ਨਿਕਲਦਾ ਹੈ ਤੇ ਉਹਦੇ 100 ਸੁਪਨੇ ਹੁੰਦੇ ਆ ਕਿ ਮੈਂ ਬਹੁਤ ਚੰਗੀ ਸਰਵਿਸ ਦੇਣੀ ਆ, ਮੈਂ ਆਪਣੇ ਦੇਸ਼ ਲਈ ਬਹੁਤ ਅੱਛਾ ਕੰਮ ਕਰਨਾ ਆ, ਆਪਣੀ ਸੁਸਾਇਟੀ 'ਚ ਆਪਣਾ ਨਾਮ ਵੀ ਬਣਾਉਣਾ ਤੇ ਆਪਣੀ ਸੁਸਾਇਟੀ ਲਈ ਕੰਮ ਕਰਨਾ। ਮੈਨੂੰ ਨਹੀਂ ਲੱਗਦਾ ਕਿ ਪ੍ਰੋਫੈਸ਼ਨਲ ਡਿਗਰੀ ਵੇਲੇ ਹੀ ਕੋਈ ਬੰਦਾ ਜਿਹੜਾ ਆ ਉਹ ਮੈਂਟਲੀ ਜਾਂ ਇਸ ਤਰ੍ਹਾਂ ਕਰਪਟ ਹੁੰਦਾ ਹੈ ਕਿ ਉਹ ਇਸ ਤਰ੍ਹਾਂ ਦੇ ਦੌਰ ਵਿੱਚ ਹੌਲੀ ਹੌਲੀ ਸ਼ਾਮਲ ਹੋ ਜਾਂਦਾ ਹੈ ਜਿਸ ਤਰ੍ਹਾਂ ਦਾ ਉੱਥੇ ਭ੍ਰਿਸ਼ਟਾਚਾਰ ਹੈ। ਤੇ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੀਆਂ। ਤੁਸੀਂ ਮੈਨੂੰ ਆਪਣੇ ਬਾਰੇ ਥੋੜੀ ਜਾਣਕਾਰੀ ਦਿਓ, ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਤੁਸੀਂ ਕਿੱਥੋਂ ਆਪਣਾ ਜਿਹੜੀ ਮੈਡੀਕਲ ਦੀ ਪੜ੍ਹਾਈ ਕੀਤੀ ਸੀ ਤੇ ਕਿੱਥੇ ਕਿੱਥੇ ਪੋਸਟਡ ਰਹੇ ਤੇ ਕਿਸ ਤਰ੍ਹਾਂ ਦਾ ਜਿਹੜਾ ਇਹ ਸਾਰਾ ਮਾਹੌਲ ਹੈ ਤੁਸੀਂ ਉਹਨੂੰ ਵਾਚਿਆ ਵੇਖਿਆ। ਹਾਂਜੀ ਹਰਜੀਤ ਜੀ, ਮੈਂ ਆਪਣੀ ਸਰਵਿਸ ਦੇ ਦੌਰਾਨ ਕਾਫੀ ਜਿਹੜਾ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ, ਹੈਲਥ ਦੀਆਂ ਸੇਵਾਵਾਂ ਸਾਡੀਆਂ ਨੇ ਲੋਕਾਂ ਨੂੰ ਦੇਣ ਵਾਸਤੇ ਅਸੀਂ ਵਚਨਬੱਧ ਹਾਂ ਜਿਹੜੇ, ਉਹ ਦੇਖਣ ਦਾ ਮੌਕਾ ਮਿਲਿਆ। ਮੈਂ ਐਜ਼ ਏ ਮੈਡੀਕਲ ਆਫਿਸਰ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਜਿਹੜੀ ਸੀ ਉਹ ਜੁਆਇਨ ਕੀਤੀ 88 ਦੇ ਵਿੱਚ, 88 ਦੇ ਵਿੱਚ। ਤੇ ਬਿਲਕੁਲ ਤੁਹਾਡੇ ਗੱਲ ਬਿਲਕੁਲ ਸਹੀ ਆ ਕਿ ਮਨ ਦੇ ਵਿੱਚ ਇੱਕ ਧਾਰਨਾ ਸੀ ਮੈਡੀਕਲ ਕਾਲਜ ਪਾਸ ਕਰਨ ਤੋਂ ਬਾਅਦ ਕਿ ਅਸੀਂ ਆਪਣੇ ਪੇਂਡੂ ਖੇਤਰ ਦੇ ਵਿੱਚ ਜਾ ਕੇ ਤੇ ਜਿਹੜੇ ਸਾਡੇ ਗਰੀਬ ਲੋਕ ਨੇ, ਜਿਹਨਾਂ ਲੋੜਵੰਦ ਲੋਕ ਨੇ, ਅਸੀਂ ਉਹਨਾਂ ਨੂੰ ਜਾ ਕੇ ਸਰਵਿਸ ਦੇਣੀ ਹੈਗੀ ਆ ਇੱਕ ਡਾਕਟਰ ਦੇ ਤੌਰ ਤੇ। ਤੇ ਇਸੇ ਕਰਕੇ ਮੈਂ ਪਿੰਡਾਂ ਦੇ ਵਿੱਚ ਜਾਣ ਦਾ ਇੱਕ ਤਹਈਆ ਕੀਤਾ ਤੇ ਪਿੰਡਾਂ ਦੇ ਵਿੱਚ ਜਾ ਕੇ ਮੈਂ ਸਰਵਿਸ ਆਰੰਭ ਕੀਤੀ। ਤੇ ਮੈਂ ਆਪਣੇ ਲੁਧਿਆਣਾ ਸ਼ਹਿਰ ਨੂੰ ਵੈਸੇ ਬਿਲੋਂਗ ਕਰਦਾ ਮੈਂ, ਤੇ ਪਰ ਮੈਂ ਫਰੀਦਕੋਟ ਏਰੀਏ ਦਾ ਜਿਹੜਾ ਰਿਮੋਟ ਏਰੀਆ ਸੀ, ਬਿਲਾਸਪੁਰ ਜਿਹੜਾ ਹੈ ਅੱਜ ਕੱਲ੍ਹ ਮੋਗੇ ਦੇ ਵਿੱਚ ਆ ਫਰੀਦਕੋਟ, ਉੱਥੇ ਜਾ ਕੇ ਮੈਂ ਸਰਵਿਸ ਕਰਨ ਦਾ ਵਿਚਾਰ ਕੀਤਾ।
ਮੈਂ ਪਿੰਡਾਂ ਦੇ ਵਿੱਚ ਤਕਰੀਬਨ 10-12 ਸਾਲ ਤੋਂ ਜ਼ਿਆਦਾ ਮੈਂ ਪਿੰਡਾਂ ਸਰਵਿਸ ਕੀਤੀ ਤੇ ਉਹਦੇ 'ਚ ਜੋ ਮੈਂ ਮੈਡੀਕਲ ਅਫਸਰ ਤੋਂ ਲੈ ਕੇ SMO ਦੀ ਪ੍ਰਮੋਸ਼ਨ ਤੋਂ ਲੈ ਕੇ ਮੈਂ ਡਿਸਟ੍ਰਿਕਟ ਲੈਵਲ ਤੇ ਅਸਿਸਟੈਂਟ ਸਿਵਲ ਸਰਜਨ CMO ਦੇ ਤੌਰ ਤੇ ਵੀ ਮੈਂ ਕੰਮ ਕੀਤਾ ਉੱਥੇ। ਤੇ ਉਸ ਤੋਂ ਬਾਅਦ ਜੋ ਹਾਲਤਾਂ ਕੈਨੇਡਾ ਆਉਣ ਦੀ ਜਿਹੜਾ ਸੀ ਇੱਕ ਬਣ ਗਿਆ ਸੌਬ ਬਣਿਆ ਤੇ ਇਸ ਕਰਕੇ ਹੁਣ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਬੈਠੇ ਹੈਗੇ ਆ ਤੇ ਹਾਂਜੀ ਜੀ ਡਾਕਟਰ ਸਾਹਿਬ ਜਿਹੜਾ ਪੇਂਡੂ ਹੈਲਥ ਖੇਤਰ ਹੈ ਸਾਡਾ ਪੰਜਾਬ ਦਾ, ਜੇ ਆਪਾਂ ਗੱਲ ਕਰੀਏ ਕਿਉਂਕਿ ਆਪਾਂ ਪੰਜਾਬ ਦੇ ਜੰਮ ਪਲੇ ਆ ਤੇ ਉੱਥੋਂ ਦੀਆਂ ਹਾਲਾਤਾਂ ਨੂੰ ਬਿਹਤਰ ਸਮਝਦੇ ਆ ਤੇ ਇਹ ਵੀ ਸਮਝਦੇ ਆ ਕਿ ਪੰਜਾਬ ਜਿਹੜਾ ਆ ਉਹ ਭਾਰਤ ਦੀ ਹਰ ਪਾਸੇ ਅਗਵਾਈ ਕਰਦਾ। ਕਿਸੇ ਜ਼ਮਾਨੇ 'ਚ ਅਸੀਂ ਨੰਬਰ 1 ਸਟੇਟ ਹੋਇਆ ਕਰਦੇ ਸੀ। ਨੰਬਰ 1 ਸਟੇਟ ਬਣਨ ਦਾ ਮਤਲਬ ਹੈ ਕਿ ਅਸੀਂ ਹਰ ਫੀਲਡ ਵਿੱਚ ਸਾਡੀ ਜਿਹੜੀ ਕਾਰਜਕਾਰਨੀ ਜਾਂ ਕੰਮ ਕਰਨ ਦਾ ਤਰੀਕਾ ਸੀਗਾ ਜਾਂ ਜੋ ਸਾਡਾ ਸੀਗਾ ਉਹ ਬਿਹਤਰ ਸੀਗਾ ਦੂਜੀਆਂ ਸਟੇਟਾਂ ਨਾਲੋਂ। ਪੰਜਾਬ ਭਾਵੇਂ ਬਹੁਤ ਛੋਟੀ ਸਟੇਟ ਰਹਿ ਗਿਆ, ਕਿਹਾ ਗਿਆ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਆ ਛੋਟੀ ਸਟੇਟਾਂ ਦੇ ਵਧੀਆ ਤਰੀਕੇ ਨਾਲ ਚੱਲ ਸਕਦੀ ਆ, ਪਰ ਸਾਡੇ ਦੇਖਦਿਆਂ ਬਹੁਤ ਕੁਝ ਬਦਲ ਗਿਆ। ਪਿੰਡਾਂ ਦੇ ਵਿੱਚ ਜਦੋਂ ਹਾਲਾਂ ਸੜਕਾਂ ਦਾ ਵੀ ਇੰਨਾ ਜਾਲ ਨਹੀਂ ਸੀ ਵਿਛਿਆ, ਕਮਿਊਨੀਕੇਸ਼ਨ ਵੀ ਇਦਾਂ ਦਾ ਨਹੀਂ ਸੀ ਆਇਆ। ਅਸੀਂ ਦੇਖਦੇ ਰਹੇ ਆ ਕਿ ਜਿਹੜੇ ਛੋਟੀ ਜਿਹੀ 5000 ਦੀ ਆਬਾਦੀ ਵਾਲਾ ਵੀ ਕੋਈ ਪਿੰਡ ਹੁੰਦਾ ਸੀਗਾ ਤੇ ਉੱਥੇ ਇੱਕ ਸਿਵਲ ਡਿਸਪੈਂਸਰੀ ਹੋਇਆ ਕਰਦੀ ਸੀ ਜਿਹਦੇ ਵਿੱਚ ਇੱਕ ਡਾਕਟਰ ਸਾਹਿਬ ਆਇਆ ਕਰਦੇ ਸੀ, ਇੱਕ ਉੱਥੇ ਜਿਹੜੇ ਕੰਪਾਊਂਡਰ ਪੰਜਾਬੀ ਚ ਉੱਥੇ ਕਹਿੰਦੇ ਸੀਗੇ ਉਹਨਾਂ ਨੂੰ ਫਾਰਮਾਸਿਸਟ ਨੂੰ, ਉਹ ਆਇਆ ਕਰਦੇ ਸੀ, ਇੱਕ ਨਰਸ ਹੋਇਆ ਕਰਦੀ ਸੀ। ਮੈਂ ਆਪਣੇ ਪਿੰਡ ਦੀ ਮਿਸਾਲ ਦਿਆਂ ਤੇ ਉੱਥੇ 4-5 ਬੈੱਡ ਲੱਗੇ ਹੁੰਦੇ ਸੀਗੇ। ਛੋਟੀ ਮੋਟੀ ਪ੍ਰੋਬਲਮ ਲਈ ਚਾਹੇ ਡਾਕਟਰ ਸਾਹਿਬ ਉੱਥੇ ਨਾ ਵੀ ਹੋਣ ਤੇ ਉਹਨੂੰ ਟੈਕਲ ਕਰਨ ਵਾਸਤੇ ਨਰਸਿੰਗ ਜਿਹੜੀ ਡਿਊਟੀ ਕਰ ਰਹੀ ਹੁੰਦੀ ਲੇਡੀ ਜਾਂ ਜਿਹੜੇ ਉੱਥੇ ਫਾਰਮਾਸਿਸਟ ਹੁੰਦੇ ਸੀ ਉਹ ਸੰਭਾਲ ਲੈਂਦੇ ਸੀਗੇ। ਔਰ ਕਈ ਵਾਰ ਗਲੂਕੋਜ਼ ਲਗਾ ਲੈਣਾ, ਇੰਜੈਕਸ਼ਨ ਮਿਲ ਜਾਣਾ, ਜਿਹੜੀ ਜਿਹਨੂੰ ਕਹ ਲਓ ਕਿ ਫਸਟ ਏਡ ਟਾਈਪ ਜਿਹੜੀ ਫੈਸਿਲਿਟੀ ਆ ਉਹ ਪਿੰਡਾਂ 'ਚ ਹੁੰਦੀ ਸੀਗੀ। ਇਹ ਸਾਰਾ ਸਿਸਟਮ ਹੌਲੀ ਜਿਹੜਾ ਆ ਉਹ ਤਹਿਸ-ਨਹਿਸ ਹੋ ਗਿਆ। ਜਿਹੜੀ ਡਿਸਪੈਂਸਰੀ ਨੇ ਮੈਂ ਦੇਖਿਆ ਨਹੀਂ ਪੰਜਾਬ ਦੇ ਨਿੱਕੇ ਪਿੰਡਾਂ ਦੇ ਵਿੱਚ ਜਾ ਕੇ, ਕੋਈ ਡਿਸਪੈਂਸਰੀ ਨਹੀਂ ਦੇਖੀ। ਮੈਨੂੰ ਯਾਦ ਹੈ ਮੈਂ ਗੁਰਦਾਸਪੁਰ ਪੋਸਟਡ ਹੁੰਦਾ ਸੀਗਾ ਜੀ ਤੇ ਮੈਂ ਉੱਥੋਂ ਵਾਪਸ ਆਉਂਦੇ ਸਮੇਂ ਗਜਨੀਪੁਰ ਡਿਸਪੈਂਸਰੀ ਇੱਕ ਆਪਣੇ ਮਿੱਤਰ ਡਾਕਟਰ ਜੀਤਪਾਲ, ਬੜਾ ਚੰਗਾ ਨਾਮ ਉਹਨਾਂ ਦਾ ਜੀ, ਉਹ ਹੋਇਆ ਕਰਦੇ ਸੀ। ਉਹਨਾਂ ਕੋਲ ਕਿਆ ਕਰਦਾ ਸੀ, ਉਹ ਕਦੀ ਧਰਮਕੋਟ ਹੁੰਦੇ ਸੀਗੇ, ਕਦੀ ਉਹ ਗਜਨੀਪੁਰ ਪੋਸਟਡ ਹੁੰਦੇ ਸੀ। ਜਿਵੇਂ ਤੁਸੀਂ ਤੁਹਾਡੇ ਮਨ 'ਚ ਇੱਛਾ ਸੀ ਕਿ ਰੂਰਲ ਏਰੀਆ ਦੇ ਲੋਕਾਂ ਦੀ ਸੇਵਾ ਕਰਨੀ ਆ, ਉਹਨਾਂ ਦੇ ਵੀ ਖਿਆਲਾਤ ਕੁਝ ਇਦਾਂ ਦੇ ਸੀਗੇ ਤੇ ਮੈਂ ਦੇਖਦਾ ਹੁੰਦਾ ਸੀ ਕਿੰਨੇ ਪਿਆਰ ਨਾਲ ਕਿੰਨੇ ਮਰੀਜ਼ ਉਹਨਾਂ ਕੋਲ ਆਉਂਦੇ ਸੀ ਔਰ ਕਿਸ ਤਰ੍ਹਾਂ ਉਹ ਟ੍ਰੀਟ ਕਰਦੇ ਸੀਗੇ। ਪਰ ਇਹ ਸਿਸਟਮ ਜਿਹੜਾ ਕਲੈਪਸ ਹੋਇਆ, ਇਹਦੇ ਪਿੱਛੇ ਕਿਹੜੀ ਵਜ੍ਹਾ ਤੁਹਾਨੂੰ ਨਜ਼ਰ ਆਉਂਦੀ? ਕਿਉਂਕਿ ਤੁਸੀਂ ਤਾਂ ਡਾਕਟਰਾਂ ਦੀ ਜਿਹੜੀ ਐਸੋਸੀਏਸ਼ਨ ਉਹਦੇ ਵੀ ਲੀਡਰ ਰਹੇ ਹੋ ਔਰ ਉਹਨਾਂ ਲਈ ਕੰਮ ਕੀਤਾ ਹੈ ਤੇ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਦੇ ਪਿੱਛੇ ਕੀ ਕਾਰਨ ਨੇ ਕਿ ਸਾਰਾ ਕੁਝ ਢਾਂਚਾ ਕਿਦਾਂ ਬਰਬਾਦ ਹੋਇਆ? ਹਾਂਜੀ ਜੀ, ਅਸਲ ਵਿੱਚ ਆਪਾਂ ਜੇ ਸਹੀ ਤੌਰ ਤੇ ਦੇਖੀਏ ਜਿਹੜਾ ਇਹ ਢਾਂਚਾ ਆਪਣਾ ਇੰਡੀਆ ਦਾ ਹੈਲਥ ਸਿਸਟਮ ਆ ਜਾਂ ਪੰਜਾਬ ਦਾ ਹੈਲਥ ਸਿਸਟਮ ਆ, ਦੇਖਣ ਨੂੰ ਬੜਾ ਵਧੀਆ ਲੱਗਦਾ ਹੈਗਾ। ਉੱਪਰੋਂ ਆਪਾਂ ਧਿਆਨ ਨਾਲ ਜੋ ਦੇਖਦੇ ਆ ਫਿਰ ਪਤਾ ਲੱਗਦਾ ਇਹਦੀ ਅਸਲੀਅਤ ਕੀ ਹੈਗੀ ਆ। ਹੁਣ ਕਹਿਣ ਨੂੰ ਸਾਡੇ ਕੋਲ ਜਿਹੜੇ ਡਾਕਟਰ ਵੀ ਹੈਗੇ ਨੇ, ਸਾਡੇ ਕੋਲ ਸਟਾਫ ਮੈਂਬਰ ਵੀ ਹੈਗੇ ਨੇ ਤੇ ਬਹੁਤ ਸਾਰੇ ਮਲਟੀਪਰਪਸ ਹੈਲਥ ਵਰਕਰ ਕਹਿੰਦੇ ਆ, ANM ਜਿਹੜੀਆਂ ਉਹ ਵੀ ਹੈਗੀਆਂ ਨੇ। ਪਰ ਬੇਸਿਕਲੀ ਜਿਹੜਾ ਹੈਗਾ ਉਹ ਆਪਾਂ ਕਿਸ ਮੰਤਵ ਦੇ ਲਈ ਕਿਸ ਵਾਸਤੇ ਉੱਥੇ ਲਗਾਏ ਗਏ ਨੇ, ਇਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਛਾ ਸ਼ਕਤੀ ਹੈਗੀ ਆ ਸਰਕਾਰਾਂ ਦੀ, ਪਿਛਲੀਆਂ ਸਰਕਾਰਾਂ ਦੀ ਹੋਵੇ ਹੁਣ ਦੀ ਹੋਵੇ, ਉਹ ਸਾਫ਼ ਨਜ਼ਰ ਆਉਂਦੀ ਹੈਗੀ ਆ। ਤੇ ਜਿਹੜੀਆਂ ਸਾਡੀਆਂ ਨੀਤੀਆਂ ਨੇ, ਜਿਹੜੀਆਂ ਸਰਕਾਰਾਂ ਦੀ ਪੋਲੀਟੀਕਲ ਨੀਤੀਆਂ ਨੇ, ਉਹ ਵੀ ਸਾਨੂੰ ਬਿਲਕੁਲ ਇਹ ਇੱਥੇ ਦੇਖਣ ਨੂੰ ਮਿਲਦੀਆਂ ਨੇ ਕਿ ਕਿਵੇਂ ਸਾਡਾ ਜਿਹੜਾ ਹੈਲਥ ਦਾ ਖੇਤਰ ਸੀ, ਹੈਲਥ ਸੈਕਟਰ ਸੀ, ਜਿਹੜਾ ਗਰੀਬਾਂ ਵਾਸਤੇ ਤੇ ਲੋੜਵੰਦ ਲੋਕਾਂ ਵਾਸਤੇ ਬਣਾਇਆ ਗਿਆ ਸੀ, ਉਹ ਕਿਵੇਂ ਹੌਲੀ ਲੋਕਾਂ ਦੇ ਨਾਲੋਂ ਨਿਖਰਦਾ ਗਿਆ ਤੇ ਸਾਡੇ ਜਿਹੜੇ ਲੋਕ ਸੀਗੇ ਉਹ ਕਿਸ ਤਰ੍ਹਾਂ ਸਰਕਾਰੀ ਹਸਪਤਾਲਾਂ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੇ ਲਈ ਮਜਬੂਰ ਹੋਣਾ ਪਿਆ ਉਹਨਾਂ ਨੂੰ। ਇਹਦੇ ਪਿੱਛੇ ਇੱਕ ਬਹੁਤ ਵੱਡੀ ਇੱਕ ਜਿਹੜੀ ਤੁਹਾਡੀਆਂ ਗੱਲਾਂ ਚੋਂ ਵੀ ਆਇਆ ਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਆਪਣੇ ਸਰਕਾਰੀ ਜਿਹੜਾ ਹੈਲਥ ਸਿਸਟਮ ਸੀ ਉਹਦੇ ਤੇ ਉਹ ਨਿਰਭਰ ਸੀਗੇ, ਪਰ ਬਾਅਦ ਵਿੱਚ ਹੌਲੀ ਪ੍ਰਾਈਵੇਟ ਖੇਤਰ ਵੱਲ ਨੂੰ ਜਾਂਦੇ ਰਹੇ। ਤੇ ਇਹਦੇ ਵਿੱਚ ਸਰਕਾਰ ਦੀ ਨੀਤੀ ਜਿਹੜੀ ਹੈਗੀ ਆ ਕਿ ਸਰਕਾਰਾਂ ਨੇ ਹਮੇਸ਼ਾ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਵੱਲ ਧਿਆਨ ਕੀਤਾ। ਇਦਾਂ ਨਹੀਂ ਹੈ ਕਿ ਇਹ ਲੁਕਵੇਂ ਰੂਪ 'ਚ, ਨੰਗੇ ਚਿੱਟੇ ਰੂਪ ਦੇ ਵਿੱਚ ਸਾਡਾ ਜਿਹੜਾ ਹੈਲਥ ਦਾ ਪ੍ਰਬੰਧ ਸੀਗਾ ਉਹਨੂੰ ਸਰਕਾਰਾਂ ਨੇ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਲੈ ਕੇ ਗਏ। ਹੁਣ ਜਿਵੇਂ ਆਪਾਂ ਕਹੀਏ ਕਿ ਜਿਹੜਾ ਸਾਡਾ ਹੈਲਥ ਸਿਸਟਮ ਹੈਗਾ ਉਹ ਬੇਸਿਕਲੀ 3 ਹਿੱਸਿਆਂ 'ਚ ਵੰਡਿਆ ਜਾ ਸਕਦਾ। ਪਹਿਲਾ ਤਾਂ ਹੈਗਾ ਮੁੱਢਲੀਆਂ ਸਿਹਤ ਸੇਵਾਵਾਂ, ਪ੍ਰਾਇਮਰੀ
ਜਿਹਨੂੰ ਆਪਾਂ ਪ੍ਰਾਇਮਰੀ ਲੈਵਲ ਦੀ ਪ੍ਰਾਇਮਰੀ ਕੇਅਰ ਹੈਲਥ ਸੈਂਟਰ ਕਹਿੰਦੇ ਕਹਿੰਦੇ ਸੀ, ਹਾਂਜੀ। ਹਾਂਜੀ, ਪ੍ਰਾਇਮਰੀ ਕੇਅਰ ਕਹਿੰਦੇ ਆ, ਉਸ ਤੋਂ ਬਾਅਦ ਸੈਕੰਡਰੀ ਕੇਅਰ ਆ ਜਾਂਦੀ ਆ, ਉਸ ਤੋਂ ਬਾਅਦ ਟਰਸ਼ਰੀ ਕੇਅਰ ਆ ਜਾਂਦੀ ਹੈਗੀ ਆ। ਤੇ ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਨੇ ਇਸ ਵਕਤ, ਜਿਹੜੀਆਂ ਰੂਰਲ ਡਿਸਪੈਂਸਰੀਆਂ ਕਹਿ ਸਕਦੇ ਆ ਆਪਾਂ ਨੂੰ, ਜਾਂ ਜਿਹੜੀਆਂ ਰੂਰਲ ਡਿਸਪੈਂਸਰੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਇਸ ਵਕਤ 5000 ਦੀ ਪਾਪੂਲੇਸ਼ਨ ਜਿਹੜੀ ਹੈਗੀ ਆ, ਉਹਦੇ ਅਗੇਂਸਟ ਇੱਕ ਰੂਰਲ ਡਿਸਪੈਂਸਰੀ ਜਿਹੜੀ ਹੈਗੀ ਆ ਬਣੀ ਹੋਈ ਆ ਸ਼ੁਰੂ ਤੋਂ। ਉਸ ਤੋਂ ਬਾਅਦ ਪ੍ਰਾਇਮਰੀ ਹੈਲਥ ਸੈਂਟਰ ਜਿਹੜਾ ਹੈਗਾ 1 ਲੱਖ ਦੀ ਆਬਾਦੀ ਦੇ ਪਿੱਛੇ ਪ੍ਰਾਇਮਰੀ ਹੈਲਥ ਸੈਂਟਰ ਹੈਗਾ। ਤੇ ਉਸ ਤੋਂ ਬਾਅਦ ਸਬ ਡਿਵੀਜ਼ਨਲ ਹਸਪੀਟਲ ਜਿਹੜੇ ਹੈਗੇ ਨੇ, SDH ਕਹਿੰਦੇ ਆ ਅਸੀਂ, ਤੇ ਉਹ ਸਬ ਡਿਵੀਜ਼ਨਲ ਲੈਵਲ ਤੇ ਹਸਪੀਟਲ ਬਣਾਏ ਗਏ ਨੇ। ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਹਸਪੀਟਲ ਨੇ। ਕਹਿਣ ਦਾ ਮਤਲਬ ਹੈਗਾ ਕਿ ਮੁੱਢਲੀਆਂ ਸਿਹਤ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਟੀਕਾਕਰਨ ਤੋਂ ਲੈ ਕੇ, ਉਹਨਾਂ ਨੂੰ ਫੈਮਿਲੀ ਪਲੈਨਿੰਗ ਤੋਂ ਲੈ ਕੇ, ਜਾਂ ਹੋਰ ਵੀ ਜਿਹੜੇ ਉਹਨਾਂ ਸਫਾਈ ਦੇ ਜਾਂ ਖੁਰਾਕਾਂ ਬਾਰੇ ਦੱਸਣ ਦਾ ਕੰਮ ਹੈਗਾ, ਜਿਹੜਾ ਮੁੱਢਲਾ ਕੰਮ ਹੈਗਾ, ਉਹ ਸਿਵਲ ਡਿਸਪੈਂਸਰੀਆਂ ਜਿਹੜੀਆਂ ਸਾਡੀਆਂ ਨੇ, ਰੂਰਲ ਡਿਸਪੈਂਸਰੀਆਂ, ਉੱਥੇ ਹੁੰਦਾ ਹੈਗਾ। ਉੱਥੇ ਫਿਰ ਸਿਸਟਮ ਇਦਾਂ ਦਾ ਹੈਗਾ ਕਿ ਉੱਥੋਂ ਜਿਹੜੇ ਮਰੀਜ਼ ਸਾਨੂੰ ਲੱਭਦੇ ਨੇ ਇਲਾਜ ਦੇ ਲਈ, ਉਹਨਾਂ ਨੂੰ ਆਪਾਂ CSC ਜਿਹੜੀ ਹੈਗੀ ਕਮਿਊਨਿਟੀ ਹੈਲਥ ਸੈਂਟਰ, ਉੱਥੇ ਭੇਜ ਦਿੰਦੇ ਆ। ਉੱਥੋਂ ਜਿਹੜੇ ਮਰੀਜ਼ ਨਹੀਂ ਠੀਕ ਹੁੰਦੇ ਤੇ ਉਹਨਾਂ ਨੂੰ ਸਬ ਡਿਵੀਜ਼ਨਲ ਹਸਪੀਟਲ ਭੇਜ ਦਿੰਦੇ ਆ। ਇਹਦਾ ਮਤਲਬ ਜਿਹੜੀ ਇਲਾਜ ਦੀ ਗੱਲ ਹੈਗੀ ਆ, ਸੈਕੰਡਰੀ ਹੈਲਥ ਕੇਅਰ ਚ ਆਉਂਦੀ ਹੈਗੀ ਆ, ਉਹਦੇ ਲਈ ਸਾਡੇ ਕੋਲ ਸਬ ਡਿਵੀਜ਼ਨਲ ਹਸਪੀਟਲ ਨੇ, ਸਾਡੇ ਕੋਲ ਡਿਸਟ੍ਰਿਕਟ ਹਸਪੀਟਲ ਨੇ। ਉਸ ਤੋਂ ਬਾਅਦ ਵੀ ਜਿਹੜੇ ਮਰੀਜ਼ ਸਾਡੇ ਕੋਲ ਨਹੀਂ ਠੀਕ ਹੁੰਦੇ ਹੈਗੇ, ਉਹਨਾਂ ਨੂੰ ਟਰਸ਼ਰੀ ਲੈਵਲ, ਤੀਜੀ ਲੈਵਲ ਦੀ, ਜਿਹੜਾ ਤੀਜੇ ਪੱਧਰ ਦਾ ਇਲਾਜ ਹੈਗਾ, ਉਹਦੇ ਲਈ ਮੈਡੀਕਲ ਕਾਲਜ ਪਟਿਆਲਾ, ਮੈਡੀਕਲ ਕਾਲਜ ਅੰਮ੍ਰਿਤਸਰ, ਮੈਡੀਕਲ ਕਾਲਜ ਫਰੀਦਕੋਟ, ਤੇ ਇਸੇ ਤਰ੍ਹਾਂ ਪ੍ਰਾਈਵੇਟ ਕਾਲਜ ਵੀ ਜਿਹੜੇ ਨੇ, ਜਿਵੇਂ CMC, DMC, ਉਹ ਟਰਸ਼ਰੀ ਲੈਵਲ ਦੇ ਹਸਪੀਟਲ ਨੇ। ਹੁਣ ਇਸ ਸਮੇਂ ਜਿਹੜੀ ਆਪਾਂ ਵਰਤਾਰਾ ਦੇਖ ਰਹੇ ਹੈਗੇ ਆ, ਕਹਿੰਦੇ ਵੀ ਆਮ ਹਾਲਤਾਂ ਦੇ ਵਿੱਚ ਜਦੋਂ ਲੋਕ ਬਿਮਾਰ ਨਹੀਂ ਹੋ ਰਹੇ ਹੁੰਦੇ, ਉਦੋਂ ਸਾਨੂੰ ਇਹ ਸੇਵਾਵਾਂ ਦੀ ਲੋੜ ਘੱਟ ਪੈਂਦੀ ਹੈਗੀ ਆ, ਇਲਾਜ ਪ੍ਰਣਾਲੀ ਦੀ ਲੋੜ ਘੱਟ ਪੈਂਦੀ ਆ। ਉਸ ਵੇਲੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ, ਫੋਕੀਆਂ ਫੜਾ ਮਾਰ ਕੇ ਜਿਹੜਾ ਹੈਗਾ ਉਹ ਆਪਾਂ ਨੂੰ ਆਪਣੇ ਬਣਾ ਲੈਂਦੀਆਂ ਨੇ ਕਿ ਦੇਖੋ ਜੀ ਸਾਡਾ ਸਿਸਟਮ ਠੀਕ ਚੱਲ ਰਿਹਾ ਹੈਗਾ। ਬੇਸਿਕਲੀ ਕੀ ਹੈਗਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੇ ਇਸ ਗੱਲ ਵੱਲ ਖਿਆਲ ਨਹੀਂ ਕੀਤਾ ਹੈਗਾ ਕਿ ਜਿਹੜੇ ਸਾਡੇ ਡਾਕਟਰ ਨੇ, ਜਿਹੜੇ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਆ, ਜਿਹੜੀ ਸੈਂਕਸ਼ਨਡ ਪੋਸਟ ਨੇ ਡਾਕਟਰਾਂ ਦੀ ਸਾਡੀ, ਵੀ ਉਹ ਭਰੀਆਂ ਜਾਣ। ਇਸ ਤੋਂ ਇਲਾਵਾ ਸਾਡੇ ਸਪੈਸ਼ਲਿਸਟ ਡਾਕਟਰ ਨੇ ਜਿਨ੍ਹਾਂ ਨੇ ਇਲਾਜ ਕਰਨਾ ਬੇਸਿਕਲੀ, ਤੇ ਉਹ ਵੀ ਸਪੈਸ਼ਲਿਸਟ ਡਾਕਟਰ ਜਿਹੜੇ ਹੈਗੇ ਨੇ, ਉਹਨਾਂ ਦੀਆਂ ਪੋਸਟਾਂ ਵੀ ਲਗਾਤਾਰ ਖਾਲੀ ਰਹੀਆਂ ਨੇ। ਤੇ ਈਵਨ ਸਰਕਾਰ ਨੇ ਰੈਗੂਲਰ ਡਾਕਟਰਾਂ ਦੀ ਬਜਾਏ ਠੇਕੇ ਵਾਲੇ ਕੰਟਰੈਕਟ ਲੈ ਕੇ ਸਿਸਟਮ ਲੈ ਕੇ ਆਂਦਾ ਡਾਕਟਰਾਂ ਲਈ ਵੀ, ਜਿਹਦਾ ਮਤਲਬ ਹੈਗਾ ਕਿ ਘੱਟ ਤਨਖਾਹ ਦੇ ਕੇ ਜਿਹੜੇ ਉਹੀ ਸੇਮ ਡਾਕਟਰ ਨੇ, ਕੰਟਰੈਕਟ ਵਾਲੇ ਜਿਹੜੇ ਹੈਗੇ ਨੇ, ਘੱਟ ਤਨਖਾਹ ਦੇ ਕੇ ਉਹਨਾਂ ਨੂੰ ਲੋਕਾਂ ਦੀ ਸੇਵਾ ਦੇ ਲਈ ਲਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਉਸ ਦਾ ਨਤੀਜਾ ਇਹ ਹੋਇਆ ਕਿ ਕੰਟਰੈਕਟ ਦੇ ਵਿੱਚ ਜਦੋਂ ਘੱਟ ਤਨਖਾਹ ਦੇ ਉੱਤੇ ਕਿਸੇ ਡਾਕਟਰ ਨੂੰ ਕੰਮ ਕਰਨਾ ਪੈਂਦਾ ਹੈਗਾ, ਤਾਂ ਇਹ ਕੁਦਰਤੀ ਤੌਰ ਤੇ ਉਹਨਾਂ ਦਾ ਖਿਆਲ ਜਿਹੜਾ ਹੈਗਾ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ, ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਦੀ ਧਾਰਨਾ ਬਣ ਜਾਂਦੀ ਆ। ਉਹਦੇ ਨਾਲ ਕੀ ਹੋਇਆ, ਸਾਡੇ ਬਹੁਤ ਸਾਰੇ ਡਾਕਟਰ ਜਿਹੜੇ ਨੇ ਲਗਾਤਾਰ ਆਪਣੀਆਂ ਜੌਬ ਜਿਹੜੀਆਂ ਨੇ ਉਹ ਛੱਡ ਕੇ, ਅਸਤੀਫੇ ਦੇ ਕੇ, ਉਹ ਪ੍ਰਾਈਵੇਟ ਖੇਤਰ ਵੱਲ ਨੂੰ ਜਾ ਰਹੇ ਨੇ, ਪ੍ਰਾਈਵੇਟ ਪ੍ਰੈਕਟਿਸ ਵੱਲ ਨੂੰ ਜਾਣਾ ਸ਼ੁਰੂ ਕੀਤਾ ਲੋਕਾਂ ਨੇ। ਤੇ ਉਹਦੇ ਨਾਲ ਸਾਡੀਆਂ ਜਿਹੜੀਆਂ ਸਿਹਤ ਸੇਵਾਵਾਂ ਸੀ, ਉਹਨਾਂ ਵਿੱਚ ਡਾਕਟਰਾਂ ਦੀ ਹੋਰ ਘਾਟ ਹੋਈ। ਤੇ ਉਸ ਘਾਟ ਨੂੰ ਪੂਰਾ ਕਰਨ ਦੇ ਲਈ ਸਰਕਾਰਾਂ ਦੀ ਇਹ ਨੀਤੀ ਵੀ ਨਹੀਂ ਸੀ ਕਿ ਉਹ ਸਾਡੀਆਂ ਪੋਸਟਾਂ ਜਿਹੜੀਆਂ ਡਾਕਟਰਾਂ ਦੀਆਂ ਉਹ ਭਰੀਆਂ ਜਾਣ। ਇਹਦੇ ਕਰਕੇ ਇਸ ਸਮੇਂ ਪੰਜਾਬ ਦੇ ਵਿੱਚ ਚਾਹੇ ਹਸਪੀਟਲ ਵੀ ਇਲਾਜ ਲਈ ਸਰਕਾਰ ਨੇ ਬਣਾਏ ਹੋਏ ਨੇ, ਪਰ ਉੱਥੇ ਡਾਕਟਰ ਜਿਹੜੇ ਹੈਗੇ ਨੇ ਉਹਨਾਂ ਦੀ ਬੇਹੱਦ ਕਮੀ ਹੈਗੀ ਆ। ਤੇ ਈਵਨ ਇਸੇ ਤਰ੍ਹਾਂ ਸਟਾਫ ਨਰਸਿਸ ਜਿਹੜੇ ਨੇ, ਉਹਨਾਂ ਦੀਆਂ ਭਰਤੀਆਂ ਵੀ ਪਿਛਲੇ ਲੰਬੇ ਸਮੇਂ ਤੋਂ ਬਹੁਤ ਘੱਟ ਕੀਤੀਆਂ ਗਈਆਂ ਨੇ। ਤੇ ਕਹਿਣ ਦਾ ਮਤਲਬ ਹੈਗਾ ਕਿ ਸਟਾਫ ਤੇ ਡਾਕਟਰਾਂ ਦੀ ਜਿਹੜੀ ਘਾਟ ਹੈਗੀ ਆ, ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਣੇ ਆਪ ਹੋਈ ਆ, ਇਸ ਨੂੰ ਆਪਾਂ ਕਹਿ ਸਰਕਾਰ ਦੀ ਨੀਤੀਆਂ ਕਰਕੇ ਇਹ ਬਣੀ ਆ। ਤੇ ਅੱਜ ਜਦੋਂ ਹਸਪਤਾਲਾਂ ਦੇ ਉੱਤੇ ਇਸ ਮਹਾਮਾਰੀ ਦੇ ਵਿੱਚ ਹਸਪਤਾਲਾਂ ਦੀ ਲੋੜ ਪਈ, ਤਾਂ ਉਸ ਵੇਲੇ ਸਾਡੇ ਹਸਪੀਟਲ ਜਿਹੜੇ ਨੇ ਉਹ ਇੰਨੇ ਸક્ષਮ ਨਹੀਂ ਹੈਗੇ, ਇੰਨੇ ਕਾਬਲ ਨਹੀਂ ਹੈਗੇ ਕਿ ਇੰਨੇ ਮਰੀਜ਼ਾਂ ਦੇ ਇਲਾਜ ਦੇ ਲਈ ਸਾਡੇ ਡਾਕਟਰ ਵੀ ਸਫੀਸ਼ੀਐਂਟ ਹੋਣ, ਜਾਂ ਸਾਡੇ ਜਿਹੜੇ ਨਰਸਿਸ ਨੇ ਉਹਨਾਂ ਦੀ ਗਿਣਤੀ ਵੀ ਕਾਫੀ ਹੋਵੇ। ਇਸੇ ਕਰਕੇ ਇਹ ਜਿਹੜਾ ਸਾਰਾ ਲੋਡ ਡਾਕਟਰਾਂ ਜਿਹੜਾ ਇਲਾਜ ਦੇ ਲਈ ਮਰੀਜ਼ਾਂ ਦਾ ਵਧਿਆ ਇਸ ਟਾਈਮ, ਤੇ ਉਹ ਪੂਰਾ ਨਹੀਂ ਹੋ ਰਿਹਾ। ਤੇ ਇਸ ਮਹਾਮਾਰੀ ਦੇ ਵਿੱਚ ਜਿਹੜਾ ਹੈਗਾ ਉਹ ਇੰਨੀ ਓਵਰ ਸਟ੍ਰੈਚਡ ਹੋ ਗਈਆਂ ਸਾਡੀਆਂ ਜਿਹੜੀਆਂ ਸਰਵਿਸਿਜ਼ ਨੇ, ਤੇ ਇਸੇ ਕਰਕੇ ਲੋਕ ਜਿਹੜੇ ਨੇ ਉਹਨਾਂ ਨੂੰ ਬੈੱਡ ਨਹੀਂ ਮਿਲ ਰਹੇ ਲੋਕਾਂ ਨੂੰ, ਤੇ ਲੋਕਾਂ ਨੂੰ ਆਕਸੀਜਨ ਜਿਹੜੀ ਹੈਗੀ ਆ ਉਹਦੀ ਵੀ ਸਪਲਾਈ ਜਿਹੜੀ ਹੈਗੀ ਆ ਉਹ ਵੀ ਪ੍ਰੋਪਰ ਨਹੀਂ ਹੋ ਰਹੀ ਹੈਗੀ। ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਹੈਗੇ, ਵੈਂਟੀਲੇਟਰ ਨਹੀਂ ਮਿਲ ਰਹੇ ਹੈਗੇ। ਤੇ ਇਹ ਜਿਹੜੀ ਹੈਗਾ ਪ੍ਰਪੋਰਸ਼ਨ ਜਿਹੜਾ ਹੈਗਾ ਬੈੱਡਾਂ ਦਾ, ਡਾਕਟਰਾਂ ਦਾ,
ਇਲਾਜ ਦਾ, ਇਹ ਸਾਰਾ ਕੁਝ ਇਸ ਤਰ੍ਹਾਂ ਦੇਖਣ ਦੀ ਲੋੜ ਨਜ਼ਰ ਆ ਰਹੀ ਹੈ। ਡਾਕਟਰ ਸਾਹਿਬ ਇੱਥੇ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਪਿੱਛੇ ਫੇਰ ਪੂਰੀ ਲੈ ਕੇ ਜਾਣਾ ਚਾਹੁੰਦਾ ਹਾਂ। ਆਪਾਂ ਜਿਹੜੀ ਹੁਣ ਵਾਲੀ ਕੋਵਿਡ-19 ਦੀ ਗੱਲ ਹੈ ਇੱਥੇ ਵੀ ਆਉਂਦੇ ਆ। ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਸਮਝਦੇ ਹਾਂ, ਜਿਵੇਂ ਤੁਸੀਂ ਵੀ ਉਹਨੇ ਦੱਸਿਆ, ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਦਾ ਕਰਕੇ ਪ੍ਰਾਈਵੇਟੇਸ਼ਨ ਵੱਲ ਗਏ। ਜਦੋਂ WTO ਦੀ ਪਹਿਲੀ ਵਾਰ ਆਪਾਂ ਗੱਲ ਸੁਣੀ ਸੀ ਭਾਰਤ ਵਿੱਚ, ਉਸ ਤੋਂ ਬਾਅਦ ਬੜੀ ਤੇਜ਼ੀ ਨਾਲ ਆਪਾਂ ਇਸ ਪਾਸੇ ਨੂੰ ਗਏ ਕਿ ਹਰ ਚੀਜ਼ ਪ੍ਰਾਈਵੇਟ ਹੋ ਜਾਵੇ। ਪਰ ਸਰਕਾਰਾਂ ਨੇ ਇੱਕ ਇਸ ਤਰ੍ਹਾਂ ਦਾ ਪ੍ਰਚਾਰ ਮੁਹਿੰਮ ਬਣਾਈ ਕਿ ਜਿਹੜੇ ਪਿੰਡਾਂ 'ਚ ਰੂਰਲ ਡਿਸਪੈਂਸਰੀਜ਼ ਨੇ, ਡਾਕਟਰ ਉੱਥੇ ਜਾਣਾ ਨਹੀਂ ਚਾਹੁੰਦੇ। ਜੇ ਕਿਸੇ ਨੂੰ ਪੋਸਟ ਕਰਦੇ ਆ ਤੇ ਉੱਥੇ ਉਹ ਹਾਜ਼ਰ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਜਦੋਂ ਐਜੂਕੇਸ਼ਨ ਸਿਸਟਮ ਫੇਲ ਹੋਇਆ ਤੇ ਸਾਰਾ ਭਾਂਡਾ ਟੀਚਰਸ ਦੇ ਸਿਰ ਮੜ ਦਿੱਤਾ ਜਾਂਦਾ ਹੈ ਕਿ ਟੀਚਰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕਰਦੇ, ਉਹ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ, ਇਸ ਕਰਕੇ ਪ੍ਰਾਈਵੇਟ ਸਕੂਲ ਜਿਹੜੇ ਉਹ ਬਿਹਤਰ ਨੇ। ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜੀ ਹੈਲਥ ਸਰਵਿਸਿਜ਼ ਹੈ ਉਹਦੇ ਵਿੱਚ ਸਿਰਜਿਆ ਗਿਆ। ਇਹ ਕਿੱਥੋਂ ਤੱਕ ਸਹੀ ਹੈ? ਮੈਂ ਜਾਣਦਾ ਹਾਂ ਕਿ ਜਿਵੇਂ ਤੁਸੀਂ ਵੱਡੇ ਹਸਪੀਟਲਾਂ ਦਾ ਜ਼ਿਕਰ ਕੀਤਾ ਹੈ, ਰਜਿੰਦਰਾ ਹਸਪੀਟਲ ਦਾ, ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਦਾ, ਜਾਂ ਫਿਰ ਬਾਅਦ ਚ ਬਣਿਆ ਫਰੀਦਕੋਟ ਹਸਪੀਟਲ ਹੈ, ਇਹਨਾਂ ਦੀਆਂ ਜਿਹੜੀਆਂ ਵਾਰਡਸ ਹੁੰਦੀਆਂ ਸੀਗੀਆਂ ਉਹ ਡਾਕਟਰਸ ਦੇ ਨਾਂ ਤੇ ਹੁੰਦੀਆਂ ਸੀ। ਮੇਰੇ ਕੋਲ ਪ੍ਰੋਫੈਸਰ ਲੈਵਲ ਦੇ ਜਿਹੜੇ ਡਾਕਟਰ ਹੁੰਦੇ ਸੀਗੇ ਔਰ ਉਹਨਾਂ ਦਾ ਬੜਾ ਨਾਂ ਹੋਇਆ ਕਰਦਾ ਸੀਗਾ। ਕਿਹਾ ਜਾਂਦਾ ਸੀ ਇਹ ਡਾਕਟਰ ਅਟਵਾਲ ਦੀ ਵਾਰਡ ਹੈ, ਡਾਕਟਰ ਗਿੱਲ ਦੀ ਵਾਰਡ ਹੈ, ਡਾਕਟਰ ਫਲਾਣੇ ਦੀ ਵਾਰਡ ਹੈ, ਔਰ ਲੋਕਾਂ ਦਾ ਉਹਨਾਂ ਤੇ ਬਹੁਤ ਵੱਡਾ ਭਰੋਸਾ ਹੁੰਦਾ ਸੀ ਕਿ ਉਸ ਡਾਕਟਰ ਕੋਲ ਚਲੇ ਗਏ ਤੇ ਅਸੀਂ ਠੀਕ ਹੋ ਜਾਣਾ ਹੈ। ਪਰ ਹੁੰਦਾ ਇਹ ਰਿਹਾ, ਸਰਕਾਰਾਂ ਜਿੱਦਾਂ ਕਹਿੰਦੀਆਂ ਰਹੀਆਂ ਕਿ ਉਹ ਡਾਕਟਰ ਸਰਕਾਰੀ ਤੰਤਰ 'ਚ ਆਪਣਾ ਨਾਮ ਬਣਾਉਣ ਤੋਂ ਬਾਅਦ ਪੈਸਾ ਕਮਾਉਣ ਦੀ ਖਾਤਰ ਆਪਣੀ ਪ੍ਰੈਕਟਿਸ ਪ੍ਰਾਈਵੇਟ ਤੌਰ ਤੇ ਪ੍ਰਾਈਵੇਟ ਹਸਪਤਾਲਾਂ ਨਾਲ ਓਵਰ ਟਾਈਮ 'ਚ ਸਰਕਾਰੀ ਡਿਊਟੀ ਤੋਂ ਬਾਅਦ ਕਰਦੇ ਰਹੇ, ਤੇ ਜਿਹਦਾ ਕਰਕੇ ਇਹ ਜਿਹੜਾ ਸਿਸਟਮ ਸੀਗਾ ਸਰਕਾਰੀ, ਉਹਨੂੰ ਨੁਕਸਾਨ ਪਹੁੰਚਦਾ ਸੀਗਾ। ਡਾਕਟਰ ਜਿਹੜੇ ਆ ਉਹ ਭਾਵੇਂ ਹਸਪੀਟਲ ਦੇ ਵਿੱਚ ਫੈਸਿਲਿਟੀ ਹੈ ਸੀ ਕਿ ਐਕਸਰੇ ਉੱਥੇ ਹੋ ਸਕਦਾ ਆ, ਮੈਡੀਸਨ ਵੀ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਨੇ, ਛੋਟੀ ਮੋਟੀ ਸਰਜਰੀ ਵੀ ਹੁੰਦੀ ਸੀ, ਪਰ ਜਿਸ ਤਰ੍ਹਾਂ ਦਾ ਬਣ ਗਿਆ ਸਿਸਟਮ ਉੱਥੇ ਕਿ ਡਾਕਟਰ ਇੱਕ ਚਿੱਟ ਲਿਖਦਾ ਹੈ, ਉਹਨੂੰ ਕਮਿਸ਼ਨ ਮਿਲਦਾ ਹੈ ਤੇ ਉਹ ਬਾਹਰ ਭੇਜ ਦਿੰਦਾ ਹੈ। ਕੋਈ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਲੈਬੋਰਟਰੀ ਦਾ ਟੈਸਟ ਹੋਵੇ ਜਾਂ ਕੋਈ ਤੁਸੀਂ ਹੋਰ ਕੋਈ ਟੈਸਟ ਕਰਾਉਣਾ ਹੋਵੇ, ਐਕਸਰੇ ਕਰਾਉਣਾ ਹੋਵੇ, ਜਾਂ ਹੁਣ ਤੇ ਬਹੁਤ ਕੁਝ ਆ ਗਿਆ ਜਿੱਦਾਂ ਦੇ ਤਰ੍ਹਾਂ ਦੇ ਟੈਸਟ ਹੁੰਦੇ ਨੇ, ਤੇ ਸਾਰੇ ਲਈ ਇਹ ਸੰਪਤੀ ਵਾਲਾ ਧੰਦਾ ਚੱਲਦਾ ਹੈ। ਸਰਕਾਰ ਨੇ ਇਸ ਚੀਜ਼ ਦਾ ਪ੍ਰਚਾਰ ਕੀਤਾ ਕਿ ਸਰਕਾਰ ਤੇ ਚਾਹੁੰਦੀ ਆ ਕਿ ਇਹ ਕੰਮ ਠੀਕ ਤਰ੍ਹਾਂ ਚੱਲੇ, ਪਰ ਜਿਹੜਾ ਸਾਡਾ ਮੁਲਾਜ਼ਮ ਵਰਗ ਹੈ, ਡਾਕਟਰ ਨੇ ਜਾਂ ਥੋੜਾ ਪੈਰਾਮੈਡੀਕਲ ਵਾਲੇ ਨੇ, ਉਹ ਬਾਹਰ ਪ੍ਰਾਈਵੇਟ ਤੌਰ ਤੇ ਪ੍ਰੈਕਟਿਸ ਕਰਦੇ ਨੇ ਤੇ ਆਪਣਾ ਪਾਰਟ ਟਾਈਮ ਚੌਥੇ ਜੌਬਾਂ ਕਰਦੇ ਨੇ, ਇਹਦੇ ਕਰਕੇ ਨੁਕਸਾਨ ਹੋਇਆ। ਇਹਦੇ ਬਾਰੇ ਤੁਸੀਂ ਥੋੜਾ ਜਿਹਾ ਐਲੈਬੋਰੇਟ ਕਰੋਗੇ, ਕਿਉਂਕਿ ਤੁਸੀਂ ਜੂਨੀਅਰ 'ਚ ਰਹੇ ਹੋ ਤੇ ਤੁਸੀਂ ਇਸ ਚੀਜ਼ਾਂ ਨੂੰ ਵੀ ਜ਼ਰੂਰ ਦੇਖਦੇ ਹੋਗੇ। ਹਾਂਜੀ ਹਰਜੀਤ ਜੀ, ਤੁਹਾਡੀ ਗੱਲ ਬਿਲਕੁਲ ਇਹ ਵਾਜਬੀ ਲੱਗਦੀ ਹੈਗੀ ਆ ਕਿ ਜਿਹੜੇ ਇਹ ਕਮਿਸ਼ਨ ਸਿਸਟਮ ਜਾਂ ਕਰਪਸ਼ਨ ਜਿਹੜੀ ਹੈਗੀ ਆ ਪੂਰੇ ਸਿਸਟਮ ਦੇ ਵਿੱਚ, ਜੇ ਆਪਾਂ ਕਹੀਏ ਕਿ ਉੱਪਰਲੇ ਲੈਵਲ ਤੋਂ ਲੈ ਕੇ ਜੇ ਸ਼ੁਰੂ ਹੁੰਦੀ ਆ ਤਾਂ ਉਹ ਕਿਸੇ ਕਿਸਮ ਰੂਪ ਦੇ ਵਿੱਚ ਜਿਹੜੀ ਹੈਗੀ ਆ, ਇਸ ਕਰਪਸ਼ਨ ਨਾਂ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਹੈਲਥ ਸਿਸਟਮ ਦੇ ਵਿੱਚ, ਸਾਡੇ ਡਾਕਟਰ ਦੇ ਵਿੱਚ ਵੀ, ਸਟਾਫ ਜਿਹੜੀ ਬਾਕੀ ਸਟਾਫ ਆ ਉਹਦੇ 'ਚ ਵੀ ਹੋਣ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਪਰ ਉਹਦੇ ਵਿੱਚ ਜੇ ਹੈਗਾ ਕਿ ਜੇ ਆਪਾਂ ਕਹੀਏ ਵੀ ਜੇ ਥੋੜੇ ਜਿਹੇ ਪਰਸੈਂਟ ਜੇ ਵਪਾਰੀ ਨੀਤ ਵਾਲੇ ਲੋਕ ਨੇ ਜਿਹੜੇ, ਜੇ ਉਹ ਇਦਾਂ ਦੇ ਹੋਣਗੇ ਤਾਂ ਆਪਾਂ ਸਾਰੇ ਸਿਸਟਮ ਨੂੰ ਦੋਸ਼ੀ ਨਹੀਂ ਦੇ ਸਕਦੇ। ਇਹਦੇ ਵਾਸਤੇ ਸਾਰੇ ਡਾਕਟਰਾਂ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਪਰ ਇੱਕ ਚੀਜ਼ ਦੇਖੋ ਕਿ ਇਹਦੇ ਲਈ ਜੇ ਅਸੀਂ ਕਹੀਏ ਕਿ ਜਿਹੜੇ ਤੁਸੀਂ ਕਿਹਾ ਵੀ ਪ੍ਰੋਫੈਸਰ ਜਿਹੜੇ ਸੀ ਉਹਨਾਂ ਦੇ ਨਾਮ ਦੇ ਉੱਤੇ ਵਾਰਡ ਹੁੰਦੇ ਸੀਗੇ, ਤੇ ਉਹ ਮੈਡੀਕਲ ਕਾਲਜਾਂ ਤੇ ਤੁਸੀਂ ਜਿਵੇਂ ਖਾਸ ਗੱਲ ਫੋਕਸ ਕੀਤੀ ਆ, ਹੁਣ ਮੈਡੀਕਲ ਕਾਲਜਾਂ ਦੀ ਗੱਲ ਜੇ ਕਰੀਏ ਆਪਾਂ, ਤਰਸ਼ੀ ਲੈਵਲ ਦੇ ਜਿਹੜੇ ਹਸਪੀਟਲ ਨੇ, ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਪਟਿਆਲਾ, ਅੰਮ੍ਰਿਤਸਰ ਜਿਵੇਂ ਪ੍ਰੋਫੈਸਰਾਂ ਦੇ ਨਾਂ ਤੇ ਸੀ। ਹੁਣ ਉੱਥੇ ਦੇਖੀਏ ਕਿ ਮੈਡੀਕਲ ਕਾਲਜ ਜਿਹੜੇ ਕਿ ਸਾਡੀ ਸਿਰਮੌਰ ਆਪਾਂ ਕਹਿ ਸਕਦੇ ਕਿ ਟਾਪ ਲੈਵਲ ਦੀ ਸਾਡੇ ਸਰਕਾਰੀ ਜਿਹੜਾ ਸਿਸਟਮ ਆ ਉਹਦੀ ਟਾਪ ਲੈਵਲ ਦੀ ਹਸਪੀਟਲ ਨੇ ਉਹ, ਪਰ ਉਹਨਾਂ ਦੀ ਹਾਲਤ ਜੇ ਦੇਖੀਏ ਕਿ ਤੁਸੀਂ ਮੇਰੇ ਖਿਆਲ ਕਾਫੀ ਦੇਰ ਬਾਅਦ ਜੇ ਹੁਣ ਦੁਬਾਰਾ ਉਸ ਸਮੇਂ ਤੋਂ ਹੁਣ ਵਾਲੇ ਉੱਥੇ ਜੇ ਮੈਡੀਕਲ ਕਾਲਜ ਜਾਓਗੇ, ਉੱਥੇ ਤੁਹਾਨੂੰ ਜੇ ਹੁਣ ਬਾਹਰ, ਕਿਉਂਕਿ ਇੱਕ ਮੈਡੀਕਲ ਜਿਹੜੀ ਸਿਸਟਮ ਆ ਨਾ ਉਹਦੇ ਵਿੱਚ ਇੱਕ ਗੱਲ ਖਾਸ ਹੈਗੀ ਹੈ ਕਿ ਤਕਨੀਕ ਜਿਹੜੀ ਹੈਗੀ ਆ ਬਹੁਤ ਜਲਦੀ ਐਡਵਾਂਸ ਹੁੰਦੀ ਹੈਗੀ ਆ। ਲੋਕ ਓਪਨ ਸਰਜਰੀ ਦੀ ਬਜਾਏ ਲੈਪਰੋਸਕੋਪਿਕ ਦੂਰਬੀਨ ਵਾਲੀ ਸਰਜਰੀ ਜਿਹਨੂੰ ਕਹਿੰਦੇ ਆਪਾਂ ਲੈਪਰੋਸਕੋਪਿਕ ਸਰਜਰੀ ਵੱਲ ਨੂੰ ਜਾਣਗੇ, ਤੇ ਉਸ ਤੋਂ ਇਲਾਵਾ ਜੇ ਅਲਟਰਾਸਾਊਂਡ ਦੀ ਮਸ਼ੀਨ ਆਈ ਆ ਤਾਂ CT ਸਕੈਨ ਵੱਲ ਜਾਣਗੇ। ਜੇ CT ਸਕੈਨ ਤੇ ਗੱਲ ਪਹੁੰਚੀ ਹੈਗੀ ਆ ਤਾਂ ਉਹ MRI ਬਾਰੇ ਵੀ ਡਿਮਾਂਡ ਕਰਨਗੇ। ਤੇ ਇਹ ਜਿਹੜੀ ਤਕਨੀਕ ਦਾ ਬਜਟ ਜਿਹੜਾ ਸੀ ਉਹ ਲਗਾਤਾਰ ਘਟਦਾ ਗਿਆ। ਸਰਕਾਰਾਂ ਦੀ
ਪਾਲਿਸੀ ਕਰਕੇ ਉਹ ਤਕਨੀਕ ਜਿਹੜੀ ਹੈਗੀ ਆ ਉਹ ਕਦੀ ਵੀ ਨਹੀਂ ਹੋਈ। ਤੇ ਜੇ MRI ਦੀ ਲੋੜ ਹੈਗੀ ਆ ਤਾਂ ਉਹਦੇ ਲਈ ਲੋਕਾਂ ਨੂੰ ਪ੍ਰਾਈਵੇਟ ਜਾਣਾ ਹੀ ਪੈਣਾ ਹੈਗਾ। ਅੱਛਾ, ਦੂਸਰੀ ਗੱਲ, ਜੇ ਪਹਿਲੀ ਗੱਲ ਤਾਂ ਬਜਟ ਦੀ ਕਮੀ ਕਰਕੇ ਜੇ 10 ਸਾਲਾਂ ਬਾਅਦ ਉਹ ਟੈਕਨੀਕ ਆਉਂਦੀ ਹੈਗੀ ਆ, ਉਦੋਂ ਤੱਕ ਲੋਕ ਜਿਹੜੇ ਪੇਸ਼ੈਂਟ ਹੈਗੇ ਨੇ ਉਹਨਾਂ ਦਾ ਟੇਸਟ, ਉਹਨਾਂ ਦੀ ਲੋੜਾਂ ਜਿਹੜੀਆਂ ਹੈਗੀਆਂ ਨੇ ਉਹ ਅੱਗੇ ਵੱਧ ਚੁੱਕੀਆਂ ਹੁੰਦੀਆਂ ਨੇ। ਸਾਡਾ ਜਿਹੜਾ ਸਰਕਾਰੀ ਸਿਸਟਮ ਆ ਉਹ ਪਛੜ ਚੁੱਕਾ ਹੁੰਦਾ ਹੈਗਾ। ਸਾਡੇ ਡਾਕਟਰ ਵੀ ਜਿਹੜੇ ਨੇ ਉਹ ਬਿਨਾਂ ਟੂਲਸ ਦੇ ਉੱਤੋਂ ਉਹ ਪੁਰਾਣੀ ਤਕਨੀਕ ਦੇ ਨਾਲ ਉਹ ਕੰਮ ਵੀ ਨਹੀਂ ਕਰ ਸਕਦੇ ਹੈਗੇ। ਤੇ ਇਸੇ ਤਰ੍ਹਾਂ ਜਿਹੜੇ ਲੋਕ ਨੇ ਉਹ ਪ੍ਰਾਈਵੇਟ ਹਸਪਤਾਲਾਂ ਵੱਲ ਨੂੰ ਉਹਨਾਂ ਦਾ ਰੁਝਾਨ ਪੇਸ਼ੈਂਟਾਂ ਦਾ ਬਣ ਜਾਂਦਾ ਹੈਗਾ। ਅੱਛਾ, ਹੁਣ ਜੇ ਗੱਲ ਕਰੀਏ ਕਿ ਇਹ ਜਿਹੜਾ ਟੂਲਸ ਨੇ ਜਿਹੜੇ ਉਹਦੇ ਨਾ ਹੋਣ ਕਰਕੇ, MRI ਵਗੈਰਾ ਪ੍ਰਬੰਧ ਨਾ ਹੋਣ ਕਰਕੇ ਲੋਕ ਜਿਹੜੇ ਹੈਗੇ ਨੇ ਉਹ ਬਾਹਰ ਜਾ ਰਹੇ ਹੈਗੇ ਨੇ, ਤਾਂ ਜਿਹੜੇ ਉੱਥੋਂ ਦੇ ਡਾਕਟਰ ਜਿਹੜੇ ਹੈਗੇ ਨੇ ਉਹਦੇ 'ਚ ਵੀ ਹੋ ਸਕਦਾ ਕਿ ਉਹ ਆਪਣੀ ਜਿਹੜੀ ਪ੍ਰੈਕਟਿਸ ਜਿਹੜੀ ਹੈਗੀ, ਆਪਣੇ ਸਕਿੱਲ ਜਿਹੜੀ ਹੈਗੀ ਉਹ ਖਤਮ ਨਾ ਹੋ ਜਾਵੇ ਕਿਤੇ। ਉਹਦੇ ਲਈ ਉਹ ਬਾਹਰ ਜਾ ਕੇ ਵੀ ਉਸ ਮਸ਼ੀਨਾਂ ਦੇ ਕੋਲ ਜਾ ਕੇ ਆਪਣਾ ਉਸ ਮਸ਼ੀਨਾਂ ਤੋਂ ਕੰਮ ਲੈਣ ਦੀ ਕੋਸ਼ਿਸ਼ ਕਰਦੇ ਹੋਣ। ਚਾਹੇ ਇਹਨੂੰ ਸਖਤੀ ਦੇ ਨਾਲ ਰੋਕਿਆ ਗਿਆ ਕਿ ਪ੍ਰਾਈਵੇਟ ਪ੍ਰੈਕਟਿਸ ਅਲਾਉਡ ਨਹੀਂ ਹੈਗੀ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ, ਸਰਕਾਰੀ ਡਾਕਟਰਾਂ ਦੇ ਵਾਸਤੇ ਵੀ, ਪਰ ਫਿਰ ਵੀ ਕੁਝ ਲੋਕ ਜਿਹੜੇ ਹੈਗੇ ਨੇ ਉਹ ਚੋਰੀ ਕਰਦੇ ਹੋਣਗੇ। ਬਿਲਕੁਲ ਤੁਹਾਡੀ ਗੱਲ ਹੋ ਸਕਦੀ ਹੈ, ਸਹੀ ਹੈਗੀ ਆ ਤੁਹਾਡੀ ਗੱਲ, ਪਰ ਇਹਦੇ ਲਈ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਨੇ ਉਹ ਮੇਨ ਜ਼ਿੰਮੇਵਾਰ ਹੈਗੇ ਨੇ। ਬਜਟਾਂ ਦੀ ਘਾਟ ਹੋਣਾ ਤੇ ਪ੍ਰੋਪਰ ਪਲੈਨਿੰਗ ਨਾ ਹੋਣੀ ਸਰਕਾਰ ਦੀ, ਤੇ ਸਟਾਫ ਨੂੰ ਦਵਾਈਆਂ ਦੇ ਤੇ ਹੋਰ ਜਿਹੜਾ ਟੂਲਸ ਨੇ MRI ਜੇ ਹੋਰ ਦਾ ਸਾਰੇ ਹੈਗੇ ਨੇ ਉਹ ਟੈਕਨੀਕ ਨਾ ਪ੍ਰੋਵਾਈਡ ਕਰਨੀ, ਇਹਦੇ ਲਈ ਡਾਕਟਰ ਜਿਹੜੇ ਹੈਗੇ ਨੇ ਉਹ ਜ਼ਿੰਮੇਵਾਰ ਨਹੀਂ ਹੈਗੇ। ਇਹਦੇ ਲਈ ਸਰਕਾਰ ਜਿਹੜੀ ਹੈਗੀ ਉਹਦੀ ਨੀਤੀਆਂ ਮੇਨਲੀ ਜ਼ਿੰਮੇਵਾਰ ਬਣਦੀਆਂ। ਡਾਕਟਰ ਸਾਹਿਬ, ਇੱਕ ਲੋਕਾਂ ਦਾ ਜਿਹੜਾ ਮਾਈਂਡਸੈਟ ਆ ਉਹ ਕਿਸੇ ਤਰ੍ਹਾਂ, ਉਹਨਾਂ ਦੀ ਮਾਨਸਿਕਤਾ ਵੀ ਕਿਸੇ ਤਰ੍ਹਾਂ ਪ੍ਰਚਾਰ ਨਾਲ, ਜਾਂ ਇੱਕ ਮੈਂ ਕਹਾਂਗਾ ਇਹ ਸਰਕਾਰਾਂ ਦੀ ਇੱਕ ਦੰਭੀ ਤਰ੍ਹਾਂ ਦੀ ਨੀਤੀ ਹੈ ਕਿ ਜਿਹੜੇ ਸਰਕਾਰੀ ਡਾਕਟਰ ਨੇ ਉਹ ਕੰਪੀਟੈਂਟ ਨਹੀਂ ਆ। ਇਹ ਕਹਿਣ ਦੀ ਬਜਾਏ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਫੈਸਿਲਿਟੀ ਨਹੀਂ ਆ, ਕਈ ਵਾਰ ਇਦਾਂ ਦਾ ਵੀ ਕੀਤਾ ਜਾਂਦਾ ਹੈ ਕਿ ਉਹਦੇ ਬਰਾਬਰ ਜਿਹੜਾ ਪ੍ਰਾਈਵੇਟ ਹਸਪੀਟਲ ਆ, ਜਿਵੇਂ ਤੁਸੀਂ ਫੈਸਿਲਿਟੀਜ਼ ਤੇ ਕਹਿ ਹੀ ਰਹੇ ਹੋ, ਪਰ ਡਾਕਟਰ ਦਾ ਉੱਥੇ ਜ਼ਿਆਦਾ, ਜਿੱਦਾਂ ਐਜੂਕੇਸ਼ਨ 'ਚ ਅਸੀਂ ਦੇਖਦੇ ਹਾਂ ਕਿ ਜਿਹੜੇ ਸਰਕਾਰੀ ਟੀਚਰ ਆ ਉਹਨਾਂ ਕੋਲ ਜ਼ਿਆਦਾ ਡਿਗਰੀਆਂ ਨੇ, ਜ਼ਿਆਦਾ ਪੜ੍ਹੇ ਲਿਖੇ ਨੇ, ਤੇ ਜਿਹੜੇ ਪ੍ਰਾਈਵੇਟ ਸਕੂਲ ਆ ਉਹ +2 ਵਾਲਿਆਂ ਨੂੰ ਜੌਬ ਦੇ ਕੇ ਬੈਠੇ ਹੋਏ ਆ ਕਿ 10ਵੀਂ ਨੂੰ ਪੜ੍ਹਾਈ ਜਾ। ਤੇ ਫਿਰ ਵੀ ਲੋਕਾਂ ਦਾ ਮਾਈਂਡਸੈਟ ਇਹ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਮਾਨਸਿਕ ਤੌਰ ਤੇ ਕਿ ਪ੍ਰਾਈਵੇਟ ਚੀਜ਼ਾਂ ਬਿਹਤਰ ਨੇ ਤੇ ਜਿਹੜਾ ਸਰਕਾਰੀ ਤੰਤਰ ਹੈ ਉਹ ਠੀਕ ਨਹੀਂ ਆ। ਜਿੱਥੋਂ ਤੱਕ ਮੈਡੀਕਲ ਇਕਵਿਪਮੈਂਟ ਹੈ ਉਹ ਤੁਸੀਂ ਬਿਹਤਰ ਦੱਸ ਸਕਦੇ ਹੋ, ਪਰ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਫੀ ਸਾਰੀਆਂ ਮੈਡੀਸਿਨਸ ਵਗੈਰਾ ਜਿਹੜੀਆਂ ਨੇ ਉਹ ਥਰਡੇ ਪੱਧਰ ਤੱਕ ਵੀ ਡਿਸਟ੍ਰੀਬਿਊਟ ਹੁੰਦੀਆਂ ਸੀਗੀਆਂ, ਪਰ ਉਹਨਾਂ ਦੀ ਚੋਰ ਬਜ਼ਾਰੀ ਜੇ ਕਹਿ ਲਓ, ਕਹਿੰਦੇ ਜੀ ਫਾਰਮਾਸਿਸਟ ਬਾਹਰ ਦੇ ਬਾਹਰ ਹੀ ਵੇਚ ਦਿੰਦੇ ਸੀਗੇ, ਆਮ ਲੋਕਾਂ ਤੱਕ ਪਹੁੰਚ ਗਏ ਨਹੀਂ। ਜੇ ਕੋਈ ਮਰੀਜ਼ ਆਇਆ ਤੇ ਥੋੜਾ ਜ਼ਖਮ ਹੋਇਆ ਤੇ ਕਹਿੰਦੇ ਤੂੰ ਡਟੋਲ ਵੀ ਲੈ ਕੇ ਆ, ਪੱਟੀ ਵੀ ਲੈ ਕੇ ਆ, ਟੀਕਾ ਵੀ ਬਾਹਰੋਂ ਕੈਮਿਸਟ ਕੋਲ ਲੈ ਕੇ ਆ। ਤੇ ਇਸ ਕਰਕੇ ਜਿਹੜਾ ਆ ਉਹ ਲੋਕਾਂ ਦਾ ਫਿਰ ਰੁਝਾਨ ਹੌਲੀ ਹੌਲੀ ਪ੍ਰਾਈਵੇਟ ਵੱਲ ਜਿਹੜਾ ਉਹ ਹੋ ਗਿਆ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਦਵਾਈਆਂ ਦੀ ਘਾਟ ਹਸਪਤਾਲਾਂ 'ਚ ਹੋਣੀ, ਜਾਂ ਇਕਵਿਪਮੈਂਟ ਦੀ ਘਾਟ ਹੋਣੀ, ਜਾਂ ਡਾਕਟਰਾਂ ਦੇ ਇਲਾਜ ਦੇ ਬਾਹਰ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗਣੀਆਂ, ਜਾਂ ਜਿਹੜੀਆਂ ਮਰੀਜ਼ਾਂ ਦੀ ਉੱਥੇ ਜਿਹੜੇ ਵਾਰਡ ਨੇ ਉਹਦੇ ਵਿੱਚ ਮਰੀਜ਼ਾਂ ਦੀ ਜਿਹੜੀ ਸੰਭਾਲ ਹੈਗੀ ਆ ਉਹਦੇ ਵਿੱਚ ਕਮੀ ਪੇਸ਼ੀ ਹੋਣਾ, ਉਹਦੇ ਲਈ ਲੋਕ ਜਿਹੜੇ ਹੈਗੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣ ਲੱਗੇ। ਤੇ ਬਿਲਕੁਲ ਦੇਖੋ, ਇੱਕ ਚੀਜ਼ ਹੈਗੀ ਆ, ਜਿਹਦੇ ਕੋਲ ਤਾਂ ਜੇਬ 'ਚ 4 ਪੈਸੇ ਹੈਗੇ ਨੇ, ਉਹ ਇੱਕ ਫੈਸ਼ਨ ਦੇ ਰੂਪ 'ਚ ਅਗਲਾ ਕਹੂਗਾ ਕਿ ਮੈਂ 100 ਬੰਦਿਆਂ ਦੀ ਲਾਈਨ 'ਚ ਨਹੀਂ ਖੜਨਾ ਉੱਥੇ ਜਾ ਕੇ, ਤੇ ਉਹ ਕਹੂਗਾ ਕਿ ਪ੍ਰਾਈਵੇਟ ਹਸਪਤਾਲ ਮੈਂ ਜਾਊਂਗਾ, ਆਪਣੇ ਪੈਸੇ ਖਰਚੂੰਗਾ ਤੇ ਜਾ ਕੇ ਮੈਨੂੰ ਡਾਕਟਰ ਸਾਹਿਬ VIP ਟ੍ਰੀਟਮੈਂਟ ਦੇਣਗੇ ਪ੍ਰਾਈਵੇਟ ਹਸਪਤਾਲ ਦੇ ਵਿੱਚ, ਮੈਂ ਉਦੋਂ ਹੀ 10 ਮਿੰਟਾਂ 'ਚ ਜਾ ਕੇ ਅਪਾਇੰਟਮੈਂਟ ਲੈ ਕੇ ਮੈਂ ਦਿਖਾਉਣਾ ਹੈਗਾ। ਕਹਿਣ ਦਾ ਮਤਲਬ ਜਿਹਦੀ ਜੇਬ 'ਚ ਤਾਂ ਪੈਸੇ ਹੈਗੇ ਨੇ ਉਹਦੇ ਲਈ ਇੱਕ ਫੈਸ਼ਨ ਹੋ ਸਕਦਾ ਕਿ ਉਹ ਪ੍ਰਾਈਵੇਟ ਹਸਪਤਾਲਾਂ 'ਚ ਲੋਕਾਂ ਨੇ ਜਾਣਾ ਸ਼ੁਰੂ ਕੀਤਾ। ਮਿਡਲ ਕਲਾਸ ਜਿਹੜੀ ਹੈਗੀ ਆ, ਜਿਹੜੀ ਔਖੇ ਸੌਖੇ ਹੋ ਕੇ ਵੀ ਉਹ ਕਹਿੰਦੇ ਅਸੀਂ ਤਾਂ ਜੀ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਹਾਂ। ਲੋਕਾਂ ਨੂੰ ਇੱਕ ਐਸ਼ ਪ੍ਰਸਤੀ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਇੱਕ ਸਟੇਟਸ ਸਿੰਬਲ ਦੀ ਗੱਲ ਕਰ ਸਕਦੇ ਆਪਾਂ, ਸਟੇਟਸ ਸਿੰਬਲ ਬਿਲਕੁਲ, ਹਾਂਜੀ ਸਟੇਟਸ ਸਿੰਬਲ ਲੱਗਦਾ ਸੀ। ਕਿਉਂਕਿ ਇਹ ਜੇ ਆਪਾਂ ਕਹੀਏ ਕਿ ਜਿਹੜੇ ਸਰਕਾਰੀ ਹਸਪੀਟਲ ਜਿਹੜੇ ਹੈਗੇ ਨੇ ਉਹਦੇ ਤੇ ਬਹੁਤ ਸਾਰੀ ਸਾਡੀ ਪਾਪੂਲੇਸ਼ਨ ਜਿਹੜੀ ਹੈਗੀ ਨਿਰਭਰ ਹੋਣ ਕਰਕੇ ਓਵਰ ਕਰਾਊਡਿੰਗ ਜਿਹੜੀ ਹੈਗੀ ਸਾਡੀ ਸਰਕਾਰੀ ਹਸਪਤਾਲਾਂ 'ਚ ਰਹਿੰਦੀ ਹੈਗੀ ਹੈ, ਕਿਉਂਕਿ ਉਹਦੇ ਵਿੱਚ ਗਰੀਬ ਤੋਂ ਲੈ ਕੇ ਲੋੜਵੰਦ ਜਿੰਨੇ ਲੋਕ ਨੇ ਉਹਨਾਂ ਦੀ ਓਵਰ ਕਰਾਊਡਿੰਗ ਕਰਕੇ ਲਾਈਨਾਂ ਵੀ ਲੱਗੀਆਂ ਰਹਿਣੀਆਂ ਹੈਗੀਆਂ ਨੇ, ਤੇ ਡਾਕਟਰਾਂ ਦੇ ਜਿਹੜੀਆਂ ਉੱਤੇ ਕੰਮ ਦਾ ਬੋਝ ਵੀ ਰਹਿੰਦਾ ਹੈਗਾ। ਇੱਕ ਗੱਲ ਹੋਰ ਜਿਹੜੀ ਹੈਗੀ ਆ ਉਹ ਮੈਂ ਹੁਣ ਤੁਹਾਡੇ ਧਿਆਨ 'ਚ ਦਵਾਉਣਾ ਕਿ ਸਾਡਾ ਜਿਹੜਾ ਉਹ ਡਾਕਟਰ ਪੋਸਟਡ ਹੁੰਦਾ ਉੱਥੇ,
ਉਹਦੀਆਂ ਲੋਕਾਂ ਨੂੰ ਇਹ ਲੱਗਦਾ, ਪੇਸ਼ੈਂਟ ਨੂੰ ਇਹ ਲੱਗਦਾ ਕਿ ਡਾਕਟਰ ਸਿਰਫ ਮਰੀਜ਼ਾਂ ਦੇ ਲਈ ਹੈਗਾ, ਕਿ ਜਿਵੇਂ ਜੇ ਸਾਡਾ ਮੈਡੀਕਲ ਸਪੈਸ਼ਲਿਸਟ ਹੈਗਾ ਜਾਂ ਸਾਡਾ ਕੋਈ ਦੂਜਾ ਡਾਕਟਰ ਆਪਣੇ ਓਪੀਡੀ 'ਚ ਦੇਖ ਰਿਹਾ ਹੈਗਾ ਤਾਂ ਉਹਦੇ ਇਲਾਜ ਦੀਆਂ ਲੰਬੀਆਂ ਲਾਈਨਾਂ ਹੈਗੀਆਂ ਨੇ, ਤੇ ਆਪਾਂ ਇਹ ਸਾਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਡਾਕਟਰ ਹੈਗਾ ਉਹਦੀਆਂ ਇਸ ਤੋਂ ਬਗੈਰ ਹੋਰ ਵੀ ਡਿਊਟੀਆਂ ਹੁੰਦੀਆਂ ਨੇ। ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਡਾਕਟਰ ਨੇ ਜਦੋਂ ਵੀ ਮੈਡੀਕੋ ਲੀਗਲ ਕਿਸੇ ਦਾ, ਜਿਵੇਂ ਆਪਾਂ ਕਹਿੰਦੇ ਲੜਾਈ ਝਗੜਿਆਂ ਦੀ ਆਪਾਂ ਪਰਚੇ ਕੱਟੇ ਹੁੰਦੇ ਨੇ, ਮੈਡੀਕਲ ਲੀਗਲ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ ਕਿ ਛੱਬੀਆਂ ਕਿੰਨਾ ਬਣਦੀਆਂ ਨੇ ਔਰ ਉਹਦੇ ਪਿੱਛੇ ਕਿੰਨਾ ਜ਼ਿਆਦਾ ਮਤਲਬ ਭ੍ਰਿਸ਼ਟਾਚਾਰ ਹੈ, ਉਹ ਵੀ ਆਪਾਂ ਹਾਂਜੀ। ਪਰ ਇੱਥੇ ਮੈਂ ਡਾਕਟਰ ਦੀ ਪ੍ਰੈਜ਼ੈਂਸ ਦੀ ਗੱਲ ਕਰਨਾ ਚਾਹੁੰਦਾ ਕਿ ਜੇ ਇੱਕ ਡਾਕਟਰ ਦੇ ਬਾਹਰ ਜੇ ਉਹਦੇ 15 ਜਾਂ ਆਪਾਂ ਕਹਿੰਦੇ 50 ਮਰੀਜ਼ ਬੈਠੇ ਹੈਗੇ ਨੇ, ਉਹਨਾਂ ਨੂੰ ਲੱਗਦਾ ਕਿ ਡਾਕਟਰ ਉੱਥੇ ਹੈਗਾ, ਉੱਥੇ ਡਾਕਟਰ ਲੇਟ ਆ ਰਿਹਾ ਹੈਗਾ, ਜਾਂ ਇੱਕ ਅਗਲਾ ਕਹਿੰਦਾ ਡਾਕਟਰ ਛੁੱਟੀ ਬਹੁਤ ਕਰਦਾ। ਬੇਸਿਕਲੀ ਉਹ ਡਾਕਟਰ ਛੁੱਟੀ ਨਹੀਂ ਕਰਦਾ ਹੁੰਦਾ, ਤੇ ਕਿਉਂਕਿ ਜੇ ਆਪਾਂ ਕਹੀਏ ਇੱਕ ਮੈਡੀਕੋ ਲੀਗਲ ਜੇ ਕੇਸ ਡਾਕਟਰ ਨੇ ਕਿਸੇ ਸਮੇਂ ਅਟੈਂਡ ਕੀਤਾ ਹੁੰਦਾ, ਉਹਦੇ ਲਈ ਉਹ ਕੇਸ ਜਿੰਨੀ ਦੇਰ ਤੱਕ ਕੋਰਟ ਕਚਹਿਰੀਆਂ ਦੇ ਵਿੱਚ ਚੱਲਣਾ ਹੈਗਾ, ਡਾਕਟਰ ਜਿੱਥੇ ਮਰਜ਼ੀ ਬਦਲੀ ਹੋ ਜਾਵੇ, ਤੇ ਪਰ ਉਹ ਕੇਸ ਅਟੈਂਡ ਕਰਨ ਦੇ ਲਈ ਕੋਰਟ ਦੇ ਵਿੱਚ ਡਾਕਟਰ ਨੂੰ ਆਪ ਉੱਥੇ ਪਹੁੰਚਣਾ ਹੀ ਪੈਂਦਾ ਹੈਗਾ। ਕਹਿਣ ਦਾ ਮਤਲਬ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਡਾਕਟਰ ਜਿਹੜਾ ਹੈਗਾ, ਕੋਈ ਜਿਹਨੂੰ ਆਪਾਂ ਇਲਾਜ ਲਈ ਜਾਂਦੇ ਆ, ਉਹਦਾ ਇਹ ਨਹੀਂ ਪਤਾ ਕਿ ਉਹ ਕਿਸੇ VIP ਜਿਵੇਂ ਕੋਰਟ ਕਚਹਿਰੀ ਦੇ ਵਿੱਚ ਗਿਆ ਹੋਵੇ, ਅਗਲਾ ਉੱਥੇ ਡਿਊਟੀ ਕਰ ਰਿਹਾ ਗਿਆ ਹੋਵੇ, ਜਾਂ ਇਸ ਤੋਂ ਇਲਾਵਾ ਵੀ ਸਾਡੇ ਜਿਹੜੇ ਇੱਕ ਫੈਸ਼ਨ ਸਿੰਬਲ ਹੋਰ ਵੀ ਬਣਿਆ ਹੋਇਆ, ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਨਾ, ਉਹ ਕੀ ਕਰਦੇ ਨੇ, ਇੱਕ MLA ਜਿਹੜਾ ਹੈਗਾ ਉਹਦੀ ਵੀ ਇੱਛਾ ਇਹ ਹੁੰਦੀ ਆ, ਮਿਨਿਸਟਰਾਂ ਤੱਕ ਦੇ ਵੀ ਪ੍ਰੋਟੋਕੋਲ ਬਣਿਆ ਹੋਇਆ ਕਿ ਮੈਂ ਜਦੋਂ ਕਿਸੇ ਸ਼ਹਿਰ ਦੇ ਵਿੱਚ ਜਾਵਾਂ ਤੇ ਮੇਰੇ ਲਈ ਡਾਕਟਰਾਂ ਦੀ ਟੀਮ ਜਿਹੜੀ ਹੈਗੀ ਆ, ਐਂਬੂਲੈਂਸ ਬਾਹਰ ਖੜੀ ਹੋਵੇ। ਉਹ ਜਿੰਨੀ ਦੇਰ ਮੰਤਰੀ ਜਾਂ ਕੋਈ CM ਜਾਂ ਕੋਈ ਵੀ ਜਿਹੜੇ ਆਉਂਦੇ ਹੈਗੇ ਨੇ, ਉਨੀ ਦੇਰ ਸਾਡੇ ਜਿਹੜੇ ਮਾਹਰ ਡਾਕਟਰ ਨੇ, ਉਹ ਮਰੀਜ਼ਾਂ ਨੂੰ ਛੱਡ ਕੇ ਉਹ ਐਂਬੂਲੈਂਸਾਂ ਦੇ ਵਿੱਚ ਬਾਹਰ ਸੜਕਾਂ ਦੇ ਉੱਤੇ ਉਹ ਮੰਤਰੀਆਂ ਦੇ ਨਾਲ ਬਾਹਰ ਉਹਨਾਂ ਨੂੰ ਡਿਊਟੀ ਕਰ ਰਹੇ ਹੁੰਦੇ ਨੇ। ਕਹਿਣ ਦਾ ਮਤਲਬ ਹੈ ਕਿ ਪ੍ਰਾਈਵੇਟ ਜਿਹੜਾ ਇੱਕ ਡਾਕਟਰ ਹੈਗਾ, ਉਹਨੂੰ ਇਦਾਂ ਡਿਊਟੀਆਂ ਨਹੀਂ ਕਰਨੀਆਂ ਪੈਂਦੀਆਂ, ਉਹ ਕੋਰਟ ਕਚਹਿਰੀਆਂ 'ਚ ਨਹੀਂ ਜਾਂਦਾ, ਉਹ ਮੁੱਖ ਮੰਤਰੀ ਜਾਂ ਕਿਸੇ ਮੰਤਰੀਆਂ ਦੀਆਂ ਵੈਨਾਂ ਦੇ ਵਿੱਚ ਬਾਹਰ ਨਹੀਂ ਖੜਾ ਹੁੰਦਾ ਐਂਬੂਲੈਂਸਾਂ ਦੇ ਵਿੱਚ। ਕਹਿਣ ਦਾ ਮਤਲਬ ਕਿ ਮਰੀਜ਼ਾਂ ਤੋਂ ਡਾਕਟਰ ਖੋਹ ਕੇ ਸਾਡੇ ਜਿਹੜੇ ਮੰਤਰੀ ਨੇ, ਸਾਡੇ ਜਿਹੜੇ CM ਜਿੰਨੇ ਵੀ ਉੱਥੇ ਹੈਗੇ ਨੇ ਪੋਲੀਟੀਸ਼ੀਅਨ, ਉਹ ਡਾਕਟਰਾਂ ਨੂੰ ਉੱਥੋਂ ਕਲੀਨਿਕ ਤੋਂ ਅਲੱਗ ਕਰਕੇ ਉਹ ਆਪਣੇ ਸੜਕਾਂ ਦੇ ਬਾਹਰ ਖੜਾ ਲੈਂਦੇ ਨੇ, ਜਾਂ ਜਿਹੜੇ ਸਾਡੇ ਡਾਕਟਰ ਨੇ ਇਲਾਜ ਦੀ ਬਜਾਏ ਉਹ ਕੋਰਟ ਕਚਹਿਰੀਆਂ 'ਚ ਘੁੰਮ ਰਹੇ ਹੁੰਦੇ ਨੇ। ਤੇ ਇਹਦੇ ਕਰਕੇ ਵੀ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ ਨੇ, ਉਹ ਉੱਥੇ ਮਰੀਜ਼ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ। ਉਸੇ ਪਰੇਸ਼ਾਨੀ ਦੇ ਕਰਕੇ ਲੋਕ ਇਹ ਸੋਚਦੇ ਨੇ ਕਿ ਸਰਕਾਰੀ ਹਸਪਤਾਲ 'ਚ ਧੱਕੇ ਪੈਣਗੇ, ਉੱਥੇ ਨਾ ਜਾਓ, ਉੱਥੇ ਡਾਕਟਰ ਸਾਨੂੰ ਮਿਲੇ ਨਾ ਮਿਲੇ, ਤੇ ਉਹ ਫਿਰ ਪ੍ਰੈਫਰ ਕਰਦੇ ਨੇ ਕਿ ਅਸੀਂ ਆਪਣੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾ ਲਈਏ, ਚਾਹੇ ਉਹ ਮਹਿੰਗਾ, ਚਾਹੇ ਲੋਕ ਅਫੋਰਡ ਨਹੀਂ ਕਰਦੇ, ਚਾਹੇ ਲੋਕ ਕਰਜ਼ੇ ਚੱਕਣਗੇ, ਪਰ ਪੇਸ਼ੈਂਟ ਵਿਚਾਰੇ ਉਹ ਇਲਾਜ ਲਈ ਉੱਥੇ ਪ੍ਰਾਈਵੇਟ ਹਸਪਤਾਲਾਂ ਜਾਣ ਲਈ ਮਜਬੂਰ ਨੇ। ਇਹਦੇ ਲਈ ਵੀ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਡਾਕਟਰ ਚਾਹੇ ਕੁਛ ਇੱਕ ਜ਼ਿੰਮੇਵਾਰ ਹੋ ਸਕਦੇ ਨੇ, ਪਰ ਸਰਕਾਰੀ ਨੀਤੀਆਂ ਤੇ ਸਰਕਾਰੀ ਸਿਸਟਮ ਜਿਹੜਾ ਸਾਡਾ ਬਣਾਇਆ ਗਿਆ ਡਾਕਟਰਾਂ ਦੀ ਡਿਊਟੀਆਂ ਦਾ, ਉਹਨੂੰ ਬਹੁਤ ਸੁਧਾਰ ਕਰਨ ਦੀ ਲੋੜ ਹੈਗੀ ਹੈ। ਡਾਕਟਰ ਸਾਹਿਬ ਵੈਸੇ ਵਾਜਬ ਤਾਂ ਨਹੀਂ ਲੱਗਦਾ ਜੇ ਕੰਪੇਅਰ ਕਰੀਏ, ਜਿੱਦਾਂ ਹੁਣ ਆਪਾਂ ਕੈਨੇਡਾ 'ਚ ਬੈਠੇ ਹੋਏ ਆ, ਇੱਥੇ ਵੀ ਜਿਹੜਾ ਹੈਲਥ ਸਿਸਟਮ ਆ ਉਹ ਫਿਲਹਾਲ ਜਿਹੜਾ ਉਹ ਸਰਕਾਰ ਜਿਹੜੀ ਆ ਉਹਦੇ ਕੋਲ ਆ, ਔਰ ਵੀ ਸਾਨੂੰ ਸਰਵਿਸਿਜ਼ ਮਿਲਦੀਆਂ ਨੇ। ਕੀ ਇੱਥੇ ਦੇ ਡਾਕਟਰਸ ਨੂੰ ਵੀ ਇਦਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਮੈਡੀਕਲ ਲੀਗਲ ਦੀ ਗੱਲ ਕਰ ਰਹੇ ਹੋ, ਕੋਟਾਂ ਭੁਗਤਣ ਦਾ ਕੰਮ ਕਰ ਰਹੇ ਹੋ ਜਾਂ ਕੁਝ ਕਰ ਰਹੇ ਆ, ਇਸ ਤਰ੍ਹਾਂ ਦਾ ਕੁਝ ਇੱਥੇ ਵੀ ਚੱਲਦਾ ਹੈ, ਜਾਂ ਇੱਥੇ ਦੇ ਡਾਕਟਰ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਂਦਾ ਜੀ? ਦੇਖੋ, ਇੱਥੋਂ ਦਾ ਸਿਸਟਮ ਜਿੰਨਾ ਕੁ ਮੈਂ ਦੇਖਿਆ ਇੱਥੇ ਆ ਕੇ, ਕਿ ਉਹਦੇ ਵਿੱਚ ਇਦਾਂ ਦੀ ਸੁਭਾਵਨਾ ਘੱਟ ਨੇ ਵੀ ਇੱਥੇ ਡਾਕਟਰ ਨੂੰ ਇਦਾਂ ਜਾਣਾ ਪਵੇ, ਕਿਉਂਕਿ ਇੱਥੇ ਐਮਰਜੈਂਸੀ ਮੈਡੀਕਲ ਆਫੀਸਰ ਜਿਹੜੇ ਨੇ ਨਾ, ਉਹ ਅਲੱਗ ਹੀ ਸਟਰੀਮ ਹੈਗੀ ਡਾਕਟਰਾਂ ਦੀ, ਉਹ ਅਲੱਗ ਸਪੈਸ਼ਲਿਟੀ ਹੈਗੀ ਆ, ਉਹਨਾਂ ਨੇ ਸਿਰਫ ਐਮਰਜੈਂਸੀ ਦੇ ਵਿੱਚ ਇਲਾਜ ਕਰਨਾ ਹੈਗਾ। ਕਿਉਂਕਿ ਮੈਡੀਕੋ ਲੀਗਲ ਜਿਹੜੇ ਨੇ ਉਹ ਐਮਰਜੈਂਸੀ ਦੇ ਵਿੱਚ ਆਉਣੇ ਨੇ, ਮੈਡੀਕੋ ਲੀਗਲ ਕਦੀ OPD 'ਚ ਨਹੀਂ ਆਉਣਗੇ, ਆਊਟਡੋਰ ਪੇਸ਼ੈਂਟ ਕਹਿੰਦੇ ਆ, ਆਊਟਡੋਰ ਕਲੀਨਿਕ ਦੇ ਵਿੱਚ। ਹੁਣ ਇੱਥੇ ਜੇ ਆਪਾਂ ਕਹੀਏ ਫੈਮਿਲੀ ਫਿਜ਼ੀਸ਼ੀਅਨ ਜਿਹੜੇ ਹੈਗੇ ਨੇ, ਉਹ ਸਿਰਫ ਜਿਹੜੇ ਹੈਗੇ ਨੇ ਉਹ ਮਰੀਜ਼ ਹੀ ਦੇਖ ਰਹੇ ਨੇ, ਉਹ ਕੋਈ ਮੈਡੀਕੋ ਲੀਗਲ ਕੰਮ ਨਹੀਂ ਕਰ ਰਹੇ, ਕੋਈ ਉਹ ਐਮਰਜੈਂਸੀ ਦਾ ਕੰਮ ਨਹੀਂ ਕਰ ਰਹੇ, ਉਹ ਸਿਰਫ ਉਹ ਇੰਡੀਕੇਟਰ ਕਰ ਰਹੇ ਨੇ। ਉਸ ਤੋਂ ਇਲਾਵਾ ਜਿਹੜੇ ਸਾਡੇ ਇੱਥੋਂ ਦੇ ਸਪੈਸ਼ਲਿਸਟ ਡਾਕਟਰ ਨੇ ਹੈਗੇ, ਉਹਨਾਂ ਨੇ ਆਪਣਾ ਉਹੀ ਕੰਮ ਕਰਨਾ, ਕੋਈ ਮੈਡੀਕੋ ਲੀਗਲ ਨਹੀਂ ਕਰਨਾ। ਕਹਿਣ ਦਾ ਮਤਲਬ ਕਿ ਐਮਰਜੈਂਸੀ ਜਿਹੜੇ ਅਲੱਗ ਨੇ, ਇੱਥੇ ਐਮਰਜੈਂਸੀ ਮੈਡੀਕਲ ਅਫਸਰ ਅਲੱਗ ਨੇ, ਉਹ ਆਪਣਾ ਅਲੱਗ ਹੀ ਆਪਣਾ ਕੋਰਟ ਕਚਹਿਰੀਆਂ ਦਾ ਕੰਮ ਕਰਦੇ ਹੋਣਗੇ, ਪਰ ਸਾਰੇ ਡਾਕਟਰ ਇਸ ਕੰਮ ਲਈ ਨਹੀਂ ਹੈਗੇ। ਪਰ ਜੋ ਇੰਡੀਆ ਦੀ ਹਾਲਤ ਹੈਗੀ, ਇੰਡੀਆ 'ਚ ਉਹ ਸਾਰੇ ਡਾਕਟਰ ਜਿਹੜੇ ਹੈਗੇ ਨੇ ਸਾਰੇ ਹੀ ਮੈਡੀਕਲ ਲੀਗਲ ਕਰਨਗੇ, ਸਾਰੇ ਹੀ ਡਾਕਟਰ ਜਿਹੜੇ ਹੈਗੇ ਨੇ ਮਰੀਜ਼ਾਂ ਨੂੰ ਖਿਆਲ ਕਰਨਗੇ, ਸਾਰੇ ਹੀ ਡਾਕਟਰ ਜਿਹੜਾ ਟੀਕਾਕਰਨ, ਜਿਹੜੀ ਬੱਚਿਆਂ ਦੇ ਟੀਕਾਕਰਨ ਜਿਹੜਾ ਹੈਗਾ ਉਹਨੂੰ ਵੀ ਸੁਪਰਵਾਈਜ਼ ਕਰ ਰਹੇ ਹੋਣਗੇ, ਉਹ ਫੈਮਿਲੀ ਪਲਾਨ ਨੂੰ ਵੀ ਉਹੀ ਡਾਕਟਰ ਦੇਖ ਰਹੇ ਨੇ। ਕਹਿਣ ਦਾ ਮਤਲਬ ਹੈ ਕਿ ਸਾਰੀਆਂ ਡਿਊਟੀਆਂ ਇੱਕੋ ਡਾਕਟਰ ਤੋਂ, ਇੱਕੋ ਸਟਾਫ ਤੋਂ ਲੈਣ ਕਰਕੇ ਇਹ ਸਮੱਸਿਆ ਬਹੁਤ ਉੱਧਰ ਇੰਡੀਆ 'ਚ ਹੈਗੀ ਹੈ।
हाँ जी, बेल ज्योति आ रही मेरे टेलीफोन की बेल एक आ रही है ਵਿੱਚ ਲਗਾਤਾਰ ਜੀ। हेलो करो, हेलो कॉल एक आ रही है जी, ਉਹਨੂੰ ਦੇਖ ਲਈਏ ਸਾਡੇ ਕੋਲ ਦੂਰ ਹੁੰਦੀ ਹੈ ਤਾਂ ਫਿਰ हेलो बेल लगातार जा रही है ज्योति, हो नहीं रहा। हेलो हेलो ਸਾਡੇ ਥੋੜਾ ਜਿਹਾ ਸਿਸਟਮ ਚ ਜੇ ਕੋਈ ਕਮੀ ਆ ਡਾਕਟਰ ਸਾਹਿਬ, ਉਹ ਸਾਡੇ ਕੋਲ ਕਾਲ ਜਿਹੜੀ ਆ ਉਹ ਨਹੀਂ ਹੈਂਡਲ ਹੋ ਰਹੀ। ਚਲੋ ਆਪਾਂ ਅੱਗੇ ਚੱਲਦੇ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਜਾਣਨਾ ਚਾਹ ਰਿਹਾ ਸੀਗਾ ਕਿ ਸਾਡੇ ਜਿਹੜੇ ਨੀਤੀ ਘਾੜੇ ਨੇ, ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਜਾਂ ਜਿਹੜੇ ਸਾਡੇ ਸਿਸਟਮ ਨੂੰ ਰਨ ਕਰਨ ਵਾਲੇ ਲੋਕ ਨੇ, ਬਿਊਰੋਕਰੇਟ ਨੇ ਜਾਂ ਜਿਹੜੇ ਪੋਲੀਟੀਸ਼ੀਅਨਸ ਨੇ, ਉਹ ਜਦੋਂ ਦੁਨੀਆ ਭਰ ਚ ਘੁੰਮਦੇ ਨੇ ਤੇ ਇਹੋ ਜਿਹੇ ਸਿਸਟਮ ਦੇਖਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਸਾਡੇ ਚ ਕਿੱਥੇ ਕਿੱਥੇ ਕਮੀ ਆ ਤੇ ਅਸੀਂ ਉਹਨੂੰ ਕਿਉਂ ਨਾ ਇਸ ਤਰ੍ਹਾਂ ਇੰਪਰੂਵ ਕਰੀਏ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਕੋਲ ਜਾਣਨੀ ਚਾਹੁੰਦਾ ਆ ਕਿ ਡਾਕਟਰਸ ਦੀਆਂ ਵੱਡੀਆਂ ਜਥੇਬੰਦੀਆਂ ਨੇ, IMA ਆ ਜਿਹੜੀ ਕੋਈ 4.5 ਲੱਖ ਡਾਕਟਰਾਂ ਦੇ ਉੱਪਰ ਮਤਲਬ ਉਹਨਾਂ ਦੀ ਐਸੋਸੀਏਸ਼ਨ ਹੈ, ਬੜੀ ਪਾਵਰਫੁਲ ਮੰਨੀ ਜਾਂਦੀ ਆ। ਕੀ ਉਹ ਸਰਕਾਰਾਂ ਨੂੰ ਸਹੀ ਤੌਰ ਤੇ ਆਪਣੀ ਐਕਸਪਰਟ ਰਾਏ ਦੇ ਕੇ ਇਸ ਤਰ੍ਹਾਂ ਦੀਆਂ ਪਾਲਿਸੀਜ਼ ਬਣਾਉਣ ਦੀ, ਪ੍ਰੋ ਪੀਪਲ ਪਾਲਿਸੀ ਬਣਾਉਣ ਵਾਸਤੇ ਮਜਬੂਰ ਨਹੀਂ ਕਰ ਸਕਦੀਆਂ ਕਿ ਸਿਰਫ ਉਹ ਤਨਖਾਹਾਂ ਵਧਾਉਣ ਦੀ ਹੀ ਲੜਾਈ ਲੜਦੇ ਆ? ਦੇਖੋ ਹਰਜੀਤ ਜੀ, ਬਿਲਕੁਲ ਠੀਕ ਹੈ ਗੱਲ ਇਹ ਕਿ ਜਿਸ ਖਿੱਤੇ ਦੇ ਵਿੱਚ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਬੜੇ ਰੂਟ ਲੈਵਲ ਤੇ ਮਰੀਜ਼ਾਂ ਦੀ ਹਾਲਤ, ਜੇ ਡਾਕਟਰ ਨੇ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਕਿ ਮਰੀਜ਼ਾਂ ਦੀ ਹਾਲਤ ਕੀ ਆ ਜਾਂ ਮਰੀਜ਼ਾਂ ਦੀ ਲੋੜਾਂ ਕੀ ਨੇ, ਸਾਡੇ ਹੈਲਥ ਸਿਸਟਮ ਦੀਆਂ, ਸਾਡੇ ਪਿੰਡਾਂ ਦੀਆਂ, ਸਾਡੇ ਸ਼ਹਿਰਾਂ ਦੀਆਂ ਲੋੜਾਂ ਕੀ ਨੇ, ਉਹ ਬਿਲਕੁਲ ਜਿਹੜੀ ਹੈਗੀ ਆ ਇੱਕ ਐਕਸਪਰਟ ਰਾਏ ਜਿਹੜੀ ਹੈਗੀ ਆ ਉਹ ਉਹਨਾਂ ਦੀ ਬਣਦੀ ਹੈਗੀ ਆ, ਲੈਣੀ ਬਣਦੀ ਹੈਗੀ ਆ। ਪਰ ਹੁੰਦਾ ਇਹ ਹੈਗਾ ਕਿ ਜਿਹੜੀਆਂ ਸਰਕਾਰਾਂ ਜਿਹੜੀਆਂ ਇੰਡੀਆ ਦੀ ਹੈਗੀਆਂ ਨੇ, ਉਹਨਾਂ ਨੇ ਜਿਹੜੇ ਐਕਸਪਰਟ ਨੇ ਜਿਹੜੇ ਉਹ ਲੋਕ ਪੱਖੀ ਐਕਸਪਰਟਾਂ ਨੂੰ ਕਦੀ ਵੀ ਉਹ ਤਰਜੀਹ ਨਹੀਂ ਦੇਣਗੇ, ਉਹਨਾਂ ਨੂੰ ਇਗਨੋਰ ਕਰਨਗੇ, ਕਿਉਂਕਿ ਉਹਨਾਂ ਦੇ ਆਪਣੇ ਜਿਹੜੇ ਪੋਲਿਟਿਕਸ ਨਾਲ ਜਾਂ ਉਹਨਾਂ ਨੀਤੀਆਂ ਨਾਲ ਸਹਿਮਤ ਜਿਹੜੇ ਉਹਨਾਂ ਦੇ ਐਕਸਪਰਟ ਹੋਣਗੇ, ਉਹ ਹਮੇਸ਼ਾ ਉਹਨਾਂ ਦੇ ਹੀ ਪੈਨਲ ਬਣਾ ਕੇ ਉਹਨਾਂ ਦੀ ਐਡਵਾਈਜ਼ਰੀ ਕਮੇਟੀਆਂ ਉਹਨਾਂ ਨੇ ਆਪਣੀਆਂ ਬਣਾਈਆਂ ਹੁੰਦੀਆਂ ਨੇ। ਉਹ 'ਚ ਡਾਕਟਰ ਉਹ ਵੀ ਹੋ ਸਕਦੇ ਨੇ ਜਿਹੜੇ ਕਦੀ ਵੀ ਲੋਕਾਂ ਦੇ ਨਾਲ ਜੁੜੇ ਨਹੀਂ ਹੁੰਦੇ। ਇਸ ਕਰਕੇ ਐਡਵਾਈਜ਼ਰੀ ਕਮੇਟੀਆਂ ਵੀ ਜਿਹੜੀਆਂ ਨੇ ਪੋਲੀਟੀਸ਼ੀਅਨਾਂ ਦੇ ਆਪਣੇ ਹਿਸਾਬ ਨਾਲ ਬਣੀਆਂ ਹੋਣ ਕਰਕੇ ਉਹ ਫਿਰ ਐਡਵਾਈਜ਼ ਵੀ ਉਹੋ ਜਿਹੀ ਦਿੰਦੀਆਂ ਨੇ। ਇੱਕ ਗੱਲ ਹੋਰ ਇੱਥੇ ਕਰਨੀ ਬਣਦੀ ਆ ਆਪਾਂ ਨੂੰ, ਬੇਸਿਕਲੀ ਕੀ ਹੈਗਾ ਕਿ ਜੇ ਆਪਾਂ ਇੰਡੀਆ ਵਰਗੇ ਦੇਸ਼ ਦੀ ਗੱਲ ਕਰੀਏ, ਉੱਥੇ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਜਿਹੜੇ, ਤੇ ਉਹਨਾਂ ਦਾ ਖਿਆਲ ਜਿਹੜਾ ਹੈਗਾ ਉਹ ਲੋਕਾਂ ਦੀਆਂ ਸਿਹਤ ਦੀ, ਲੋਕਾਂ ਦੀ ਸਿੱਖਿਆ ਦੇ ਲਈ ਉਹਦੇ ਵੱਲ ਖਿਆਲ ਘੱਟ ਹੁੰਦਾ। ਹੋਰ ਕੰਮਾਂ 'ਚ ਪੁੱਠੀਆਂ ਸਿੱਧੀਆਂ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਲੜਾਈਆਂ ਸ਼ਾਮਲ ਹੋਣਾ ਜਾਂ ਹੋਰ। ਇਹਨੂੰ ਚੁੱਕ ਲਓ ਜਾਂ ਬੰਦ ਕਰ ਦਿਓ, ਕਾਲ ਆ ਰਹੀ ਹੈ ਲਗਾਤਾਰ, ਮੈਂ ਤੁਹਾਨੂੰ ਇਹ ਕਹਿ ਰਿਹਾ। ਡਾਕਟਰ ਸਾਹਿਬ ਇੱਕ ਸੈਕਿੰਡ ਲਈ ਹੋਲਡ ਰੱਖਿਓ, ਇੱਕ ਸੈਕਿੰਡ, ਉੱਥੋਂ ਬੰਦ ਕਰ ਦਿਓ, ਬੈਲ ਆ ਰਹੀ ਹੈ ਨਾ, ਲਗਾਤਾਰ ਬੈਲ ਆ ਰਹੀ ਹੈ। ਹਾਂਜੀ ਹਾਂਜੀ ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਸੀਗੇ ਜਿਹੜੀਆਂ IMA ਵਗੈਰਾ ਨੇ ਉਹਦੇ ਵਿੱਚੋਂ ਵੀ ਚੁਣਿੰਦਾ ਡਾਕਟਰਾਂ ਨੂੰ ਲੈ ਕੇ ਸਰਕਾਰ ਜਦੋਂ ਨੀਤੀਆਂ ਬਣਾਉਂਦੀ ਆ ਤੇ ਆਪਣੇ ਮਨਪਸੰਦ ਦੇ ਲੋਕਾਂ ਨੂੰ ਹੀ ਐਕਸਪਰਟ ਟੀਮ ਸ਼ਾਮਲ ਕਰਦੀ ਆ, ਤੇ ਜਿਹੜੀਆਂ ਇਹ ਐਸੋਸੀਏਸ਼ਨਾਂ ਦੇ ਦਬਾਅ ਨੂੰ ਜਿਹੜਾ ਉਹ ਨਹੀਂ ਮੰਨਦੀਆਂ ਸਰਕਾਰਾਂ। ਜੀ ਡਾਕਟਰ ਸਾਹਿਬ। ਹਾਂਜੀ ਹਾਂਜੀ, ਮੇਰੀ ਆਵਾਜ਼ ਪਹੁੰਚਦੀ ਤੁਹਾਨੂੰ? ਹਾਂਜੀ, ਵਿੱਚ ਫ੍ਰੀ ਹੋ ਗਈ ਸੀ ਆਵਾਜ਼। ਹਾਂ, ਉਹ ਵਿੱਚ ਕਾਲ ਦੀ ਥੋੜੀ ਪ੍ਰੋਬਲਮ ਆ ਰਹੀ ਸੀਗੀ। ਮੈਂ ਤੁਹਾਡੇ ਕੋਲ ਜਾਣਨਾ ਚਾਹ ਰਿਹਾ ਸੀ ਕਿ ਜਿਸ ਤਰ੍ਹਾਂ ਡਾਕਟਰਸ ਦੀਆਂ ਐਸੋਸੀਏਸ਼ਨ ਨੇ, ਪੰਜਾਬ ਲੈਵਲ ਦੀ ਐਸੋਸੀਏਸ਼ਨ ਦੇ ਤੁਸੀਂ ਵੀ ਪ੍ਰੈਜ਼ੀਡੈਂਟ ਰਹੇ ਹੋ, ਆਪਾਂ ਗੱਲ ਕਰ ਰਹੇ ਸੀਗੇ ਆਫ ਦੀ 에ਅਰ, ਤੇ IMA ਵਗੈਰਾ ਜਿਹੜੀ ਆ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਡਾਕਟਰਾਂ ਦੀ ਇੱਕ ਜਥੇਬੰਦੀ ਆ, ਜਿਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਜਦੋਂ ਕਦੀ ਉਹ ਸਟ੍ਰਾਈਕ ਦੀ ਜਾਂ ਕਿਸੇ ਕੰਮ ਕਾਲ ਦਿੰਦੇ ਆ ਤਾਂ ਇੱਕ ਵਾਰੀ ਸਰਕਾਰ ਹਿੱਲ ਜਾਂਦੀ ਆ। ਤੇ ਕੀ ਉਹਨਾਂ ਦੇ ਵੱਲੋਂ ਜਿਹੜੀਆਂ ਕੋਈ ਐਡਵਾਈਜ਼ਰੀ ਜਾਂ ਉਹਨਾਂ ਵੱਲੋਂ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ ਕਿ ਸਹੀ ਨੀਤੀਆਂ ਇਹ ਨੇ, ਤੁਸੀਂ ਇਸ ਤਰੀਕੇ ਨਾਲ ਇਹਨੂੰ ਚਲਾਓ ਸਿਸਟਮ ਨੂੰ? ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਹਾਂਜੀ, ਦੇਖੋ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਮੈਂ ਕਿ ਜਦੋਂ ਇਲੈਕਸ਼ਨ ਹੁੰਦੀ ਆ, ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਲੈਕਸ਼ਨਾਂ ਤੋਂ ਪਹਿਲਾਂ, ਉਦੋਂ ਉਹ ਜਿਹੜੇ ਲੋਕ ਪੱਖੀ ਡਾਕਟਰ ਹੈਗੇ ਨੇ ਉਹਨਾਂ ਨੂੰ ਉਹ ਕਹਿੰਦੀਆਂ ਨੇ ਕਿ ਅਸੀਂ ਆਪਣਾ ਜਿਹੜਾ ਕੀ ਕਹਿੰਦੇ ਮੈਨੀਫੈਸਟੋ ਲਿਖਣਾ ਲੋਕਾਂ ਨੂੰ ਦੇਣ ਵਾਸਤੇ। ਉਦੋਂ ਐਡਵਾਈਜ਼ ਉਹ ਲੋਕ ਪੱਖੀ ਡਾਕਟਰਾਂ ਦੀ ਲੈਂਦੇ ਨੇ, IMA ਦੀ ਲੈਣਗੇ, ਉਦੋਂ PCM ਐਸੋਸੀਏਸ਼ਨ ਦੀ ਵੀ ਲੈਣਗੇ, ਤੇ ਸਾਰੀਆਂ ਪਾਰਟੀਆਂ ਜਿਹੜੀਆਂ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰਦੀਆਂ ਨੇ ਲੋਕ ਪੱਖੀ ਗੱਲਾਂ ਉਦੋਂ। ਪਰ ਹੁਣ ਕਈ ਸਰਕਾਰਾਂ ਬਦਲਦੀਆਂ, ਮੈਂ ਐਜ਼ ਏ ਸਟੇਟ ਪ੍ਰੈਜ਼ੀਡੈਂਟ ਵੀ ਉੱਥੇ ਮੈਂ ਦੇਖਿਆ ਸਰਕਾਰਾਂ ਬਦਲਦੀਆਂ ਜਦੋਂ, ਤੇ ਉਦੋਂ ਬਾਅਦ ਜਦੋਂ ਉਹੀ ਸਰਕਾਰ ਜਿੱਤ ਕੇ ਉਹੀ ਲੋਕ ਮੈਨੀਫੈਸਟੋ ਵਾਲੇ ਦੁਬਾਰਾ ਜਦੋਂ ਉਹਨਾਂ ਨੂੰ ਯਾਦ ਕਰਾਉਣ ਜਾਈਏ
ਕਿ ਤੁਸੀਂ ਤਾਂ ਇੰਨਾ ਲੋਕਾਂ ਦਾ ਸੋਚਦੇ ਸੀਗੇ, ਹੁਣ ਸਰਕਾਰ ਤੁਹਾਡੇ ਕੋਲ ਆ ਗਈ, ਤੁਹਾਡੇ ਕੋਲ ਪਾਵਰ ਆ, ਆਹ ਨੀਤੀਆਂ ਜਿਹੜੀਆਂ ਆਪਾਂ ਨੂੰ ਸੁਧਾਰ ਕਰਨ ਵਾਸਤੇ ਆਪਾਂ ਸੋਚਿਆ ਸੀਗਾ ਵੀ ਇਸ ਐਡਵਾਈਸ ਦਾ ਸਾਡੇ ਮੁਤਾਬਕ ਹੁਣ ਤੁਸੀਂ ਕਰ ਦਿਓ, ਲੋਕਾਂ ਦਾ ਭਲਾ ਹੋਵੇ ਕੁਝ। ਪਰ ਉਦੋਂ ਉਹੀ ਜਿਹੜੇ ਮੰਤਰੀ ਬਣਨ ਤੋਂ ਬਾਅਦ ਵਿੱਚ ਜਿਹੜੇ ਸਾਡੇ ਹੁੰਦੇ ਨੇ ਰਿਸਪੈਕਟੇਬਲ ਪੋਲੀਟੀਸ਼ੀਅਨ, ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਉਸ ਐਡਵਾਈਸ ਨੂੰ ਇਗਨੋਰ ਕਰ ਦਿੰਦੇ ਨੇ। ਉਸ ਵੇਲੇ ਉਹਨਾਂ ਦੀਆਂ ਜਿਹੜੀਆਂ ਸਰਕਾਰੀ ਐਡਵਾਈਜ਼ਰੀ ਪੈਨਲਾਂ ਬਣਾਈਆਂ ਹੁੰਦੀਆਂ ਆਪਣੀ, ਉਦੋਂ ਉਹਨਾਂ ਨੂੰ ਉਹਦਾ ਖਿਆਲ ਆ ਜਾਂਦਾ ਹੈਗਾ। ਬਿਲਕੁਲ। ਤੇ ਇੱਕ ਗੱਲ ਹੋਰ ਵੀ ਕਰਨ ਵਾਲੀ ਬਣਦੀ ਹੈਗੀ ਆ ਕਿ ਉਸ ਵੇਲੇ ਜਿਹੜਾ ਸਰਕਾਰੀ ਸਿਸਟਮ ਹੈਗਾ, ਉਹਦੇ ਵਿੱਚ ਇੱਛਾ ਸ਼ਕਤੀ ਦੇ ਤੌਰ ਤੇ ਜੇ ਕਹੀਏ ਵੀ ਇੱਕ ਮੰਤਰੀ ਜੇ ਕੋਈ ਇੱਦਾਂ ਸੋਚੇ ਕਿ ਮੈਂ ਆਪਣਾ ਸੁਧਾਰ ਕਰਨਾ ਹੈਗਾ, ਉਹਦੇ ਆਪਾਂ ਇਹ ਵੀ ਕਹਿ ਸਕਦੇ ਉਹਦੇ ਹੱਥ 'ਚ ਕੁਛ ਨਹੀਂ ਹੈ। ਕਿਉਂਕਿ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਜਿਹੜੀਆਂ ਹਦਾਇਤਾਂ ਹੋਣਗੀਆਂ, ਉੱਤੋਂ ਜਿਹੜਾ ਫੰਡਿੰਗ ਹੋਊਗੀ ਕਿਸੇ ਇੱਕ ਨੈਸ਼ਨਲ ਹੈਲਥ ਸਰਵਿਸਿਜ਼ ਦੇ ਲਈ ਕਿਸੇ ਦੇਸ਼ ਨੂੰ ਦਿੱਤੀ ਜਾਂਦੀ ਆ, ਉਹਨਾਂ ਦੀ ਆਪਣੀਆਂ ਕੰਡੀਸ਼ਨਾਂ ਮੁਤਾਬਕ ਉਹਦੀ ਜਿਹੜੀ ਸਾਡੀਆਂ ਨੈਸ਼ਨਲ ਹੈਲਥ ਪਾਲਿਸੀਜ਼ ਨੇ ਉਹਦੇ ਮੁਤਾਬਕ ਹੀ ਬਣਨੀਆਂ ਪੈਂਦੀਆਂ ਨੇ, ਕਿਉਂਕਿ ਖਰਚਾ ਉਹਨਾਂ ਨੇ ਪੈਸਾ ਦਿੱਤਾ ਹੁੰਦਾ ਤੇ ਉਹੀ ਅੱਗੇ ਉਸ ਤੇ ਖਰਚਣਾ ਹੁੰਦਾ। ਤੇ ਜੇ ਤੇ ਜਿਹੜੀਆਂ ਇੱਕ ਆਪਾਂ ਕਹੀਏ ਵੀ ਗੌਰਮੈਂਟ ਨੇ ਆਪਣੇ ਲੈਵਲ ਤੇ ਖਰਚਾ ਰੱਖਣਾ ਹੁੰਦਾ ਲੋਕਾਂ ਦੇ ਇਲਾਜ ਦੇ ਲਈ, ਤੇ ਉਹ ਕੰਟਰੀਬਿਊਸ਼ਨ ਬਜਟ ਦੀ ਬੜੀ ਘੱਟ ਹੁੰਦੀ ਹੈ। ਜੇ ਆਪਾਂ ਸਟੇਟ ਬਜਟ ਦੀ ਗੱਲ ਲਾਈਏ ਜਾਂ ਨੈਸ਼ਨਲ ਲੈਵਲ ਤੇ ਕਰੀਏ ਤੇ ਉਹ ਬੜੀ ਘੱਟ ਹੁੰਦੀ ਆ। ਤੇ ਜਿਵੇਂ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਸੀ, ਉਹ ਸਰਦਾਰ ਮਨਮੋਹਨ ਸਿੰਘ ਜੀ ਹੋਣਾ ਨੇ ਜਦੋਂ ਸੀਗੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਬਣਾਇਆ ਸੀਗਾ। ਉਦੋਂ ਉਹ ਫੰਡਿੰਗ ਜਿਹੜੀ ਸੀ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਜਿਹੜੀ ਸੀ, ਉਹ ਪਤਾ ਨਹੀਂ ਉਦੋਂ ਆਈ ਜਦੋਂ, ਉਹ ਕਿੱਥੋਂ ਆਈ ਜਾਂ ਉਹ 'ਚ ਕੰਟਰੀਬਿਊਸ਼ਨ ਕਿਵੇਂ ਸੀ, ਉਹੀ ਸਟੇਟਾਂ ਦਿੱਤੀ ਗਈ ਜਦੋਂ। ਉਹੀ ਨੈਸ਼ਨਲ ਹੈਲਥ ਰੂਰਲ ਮਿਸ਼ਨ ਜਿਹੜਾ ਬਣਿਆ, ਉਹਦੇ 'ਚ ਫੰਡਿੰਗ ਜ਼ਰੂਰ ਦਿਖਦੀ ਆ। ਕਿਉਂਕਿ ਮੈਂ ਆਪਣੀ ਸਰਵਿਸ ਦੇ ਦੌਰਾਨ ਦੇਖਿਆ ਕਿ ਉਦੋਂ ਪਹਿਲਾਂ ਜੇ ਅਸੀਂ ਕਹੀਏ ਵੀ APC ਦੀ ਗੋਲੀ ਦੇ ਲਈ ਜੇ ਅਸੀਂ ਲੋਕਾਂ ਦੇ ਦੱਸਦੇ ਸੀਗੇ, ਨੈਸ਼ਨਲ ਹੈਲਥ ਮਿਸ਼ਨ ਜਦੋਂ ਬਣਿਆ, ਜਦੋਂ ਉਦੋਂ ਬਾਅਦ ਫੰਡਿੰਗ ਜਿਹੜੀ ਆਈ, ਜਦੋਂ ਉਹਦੇ ਨਾਲ ਜਿਹੜੇ ਸੀ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਨੂੰ ਮੁਰੰਮਤ ਦਾ, ਉਹਨਾਂ ਨੂੰ ਰੰਗ ਰੋਗਨ ਕਰਨ ਦਾ ਜਾਂ ਹੋਰ ਸਾਜੋ ਸਮਾਨ ਖਰੀਦਣ ਦਾ ਉਹਦੇ ਵੀ ਤਹਿਤ ਇੱਕ ਬਣਿਆ। ਉਦੋਂ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਸਿਸਟਮ ਦੇਖਣ ਨੂੰ ਐ ਲੱਗਿਆ ਕਿ ਬੜਾ ਸਾਫ਼ ਸੁਥਰਾ ਨਜ਼ਰ ਆਇਆ, ਪਰ ਉਹ 'ਚ ਅੱਗੇ ਕਮੀਆਂ ਕੀ ਸੀ ਉਹ ਆਪਾਂ ਅੱਗੇ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਜਿੱਥੋਂ ਤੱਕ ਗੱਲ ਹੈਗੀ ਆ ਸਾਡੇ ਢਾਂਚੇ ਦੀ, ਆਪਾਂ ਬੇਸਿਕਲੀ ਜਦੋਂ ਆਜ਼ਾਦ ਹੋਏ ਆ, ਭਾਰਤ ਜਦੋਂ ਆਜ਼ਾਦ ਹੋਇਆ 1947 ਦੇ ਵਿੱਚ, ਤੇ ਜਿਹੜੀਆਂ ਪਹਿਲੇ ਪੋਲੀਟੀਸ਼ੀਅਨ ਸੀਗੇ ਜਿਨ੍ਹਾਂ ਵਿੱਚ ਨਹਿਰੂ ਜੀ, ਪਟੇਲ ਜੀ, ਜਿਨ੍ਹਾਂ ਵੱਡੇ ਵੱਡੇ ਅਸੀਂ ਨਾਂ ਲੈਂਦੇ ਆ, ਡਾਕਟਰ ਰਜਿੰਦਰ ਪ੍ਰਸਾਦ ਜੀ, ਉਹ ਤੇ ਬਿਲਕੁਲ ਇਮਾਨਦਾਰ ਤੇ ਸਹੀ ਪਹੁੰਚ ਵਾਲੇ ਲੋਕ ਸੀਗੇ। ਜਿਸ ਤਰੀਕੇ ਨਾਲ ਸਾਡਾ ਸੰਵਿਧਾਨ ਬਣਾਇਆ ਗਿਆ, ਉਹਦੇ ਵਿੱਚ ਆਮ ਲੋਕਾਂ ਲਈ ਪੂਰੇ ਦੇ ਪੂਰੇ ਜਿਹੜੇ ਆ ਰਾਈਟਸ ਆ ਉਹ ਰਿਜ਼ਰਵ ਕੀਤੇ ਗਏ। ਗਰੀਬਾਂ ਵਾਸਤੇ ਜਾਂ ਸ਼ਡਿਊਲ ਕਾਸਟ ਇਹਨਾਂ ਨੂੰ ਕਿਹਾ ਗਿਆ, ਉਹਨਾਂ ਵਾਸਤੇ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ, ਜਾਂ ਫਿਰ ਜਿਹੜਾ ਢਾਂਚਾ ਪੂਰਾ ਵਿਕਸਿਤ ਕੀਤਾ ਗਿਆ, ਉਹ ਜਿਸ ਤਰ੍ਹਾਂ ਸੈਮੀ, ਤੁਸੀਂ ਕਹਿ ਸਕਦੇ ਹੋ ਕਿ ਸੈਮੀ ਸੋਸ਼ਲਿਸਟ ਟਾਈਪ ਸੀਗਾ, ਕਿ ਨੀਤੀਆਂ ਇਸ ਤਰੀਕੇ ਨਾਲ ਬਣ ਕੇ ਥਰਡ ਪੱਧਰ ਤੱਕ ਜਿਹੜਾ ਆ ਲੋਕਾਂ ਨੂੰ ਇਸ ਆਜ਼ਾਦੀ ਦਾ ਨਿੱਘ ਮਿਲੇ, ਲੋਕਾਂ ਦੀਆਂ ਹੈਲਥ ਸਰਵਿਸਿਜ਼, ਲੋਕਾਂ ਦੀ ਐਜੂਕੇਸ਼ਨ, ਜਿਹੜੀਆਂ ਬੇਸਿਕ ਨੀਡ ਨੇ ਉਹ ਉਹਨਾਂ ਤੱਕ ਪਹੁੰਚਣ। ਆਪਾਂ ਨੂੰ ਯਾਦ ਹੈ ਕਿ 1962-65 ਤੱਕ ਵੀ ਅਸੀਂ ਫੂਡ ਲਈ ਤਰਸਦੇ ਹੁੰਦੇ ਸੀ, ਔਰ ਮੈਕਸੀਕਨ ਕਣਕ ਜਿਹੜੀ ਆ ਲਾਲ ਰੰਗ ਦੀ ਉਹ ਖਾਂਦੇ ਰਹੇ ਆ। ਪਰ ਬਾਅਦ 'ਚ ਜਿਸ ਤਰੀਕੇ ਨਾਲ ਟੈਕਨੋਲੋਜੀ ਦਾ ਵਾਧਾ ਹੋਇਆ, ਜਿਸ ਤਰੀਕੇ ਨਾਲ ਸਾਰੀ ਚੀਜ਼ਾਂ ਦੀ ਇੰਪਰੂਵਮੈਂਟ ਹੋਈ, ਪਰ ਜਿਹੜੀਆਂ ਨਾਲ ਦੀ ਨਾਲ ਸਰਕਾਰ ਨੇ ਨੀਤੀਆਂ ਬਦਲ ਲਈਆਂ, ਪੂਰੇ ਦਾ ਪੂਰਾ ਜਿਹੜਾ ਆ ਉਹ ਕੈਪੀਟਲਿਜ਼ਮ ਵੱਲ ਨੂੰ ਜਿਹੜਾ ਤੁਰ ਪਏ। ਵੱਡਾ ਕਾਰਨ ਤੁਹਾਨੂੰ ਇਹ ਨਜ਼ਰ ਆਉਂਦਾ ਕਿਤੇ? ਹਾਂਜੀ, ਦੇਖੋ ਬਿਲਕੁਲ ਸਹੀ, ਤੁਹਾਡੀ ਠੀਕ ਹੈ ਗੱਲ। ਜੇ ਆਪਾਂ 47 ਦੇ ਵਿੱਚ ਸੰਵਿਧਾਨ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਕਰੀਏ, ਉਹਦੇ ਵਿੱਚ ਸਾਰੇ ਹਿਊਮਨ ਰਾਈਟਸ ਦਾ ਮਸਲਾ, ਤੇ ਈਵਨ ਹੈਲਥ ਤੇ ਆਪਾਂ ਜੇ ਫੋਕਸ ਕਰੀਏ ਗੱਲ, ਹੈਲਥ ਵੀ ਐਜ਼ ਏ ਜਿਹੜਾ ਹੈਗਾ ਇੱਕ ਬੇਸਿਕ ਰਾਈਟ ਦੇ ਤੌਰ ਤੇ ਦਰਜ, ਕਿ ਹਰੇਕ ਨੂੰ ਚੰਗੀ ਸਿਹਤ ਦਾ, ਚੰਗੇ ਖਾਣ ਪੀਣ ਦਾ, ਚੰਗੇ ਰਹਿਣ ਸਹਿਣ ਦਾ ਉਹਦਾ ਹੱਕ ਆ। ਹਰੇਕ ਆਦਮੀ ਦਾ ਇੰਡੀਪੈਂਡੈਂਟ ਹੱਕ ਆ, ਜਿਹੜੀਆਂ ਕਿ ਜਿਹਦੇ ਲਈ ਸਰਕਾਰਾਂ ਵਚਨਬੱਧ ਨੇ। ਪਰ ਆਪਾਂ ਲਗਾਤਾਰ ਦੇਖਦੇ ਹੈਗੇ ਆ ਕਿ ਨਿੱਜੀਕਰਨ ਦੀ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਹਵਾ ਜਿਹੜੀ ਹੈਗੀ ਆ, ਉਹ ਲਗਾਤਾਰ ਜਿਹੜੀ ਹੈਗੀ ਆ ਉਸ ਸਮੇਂ ਤੋਂ ਸ਼ੁਰੂ ਹੋ ਚੁੱਕੀ ਸੀ, ਜਿਹਨੇ ਹੌਲੀ ਹੌਲੀ ਰੰਗ ਦਿਖਾਉਣੇ ਸ਼ੁਰੂ ਕੀਤੇ। ਤੇ ਨਿੱਜੀਕਰਨ ਜਿਹੜਾ ਸੀ ਹੈਲਥ ਦੇ ਖੇਤਰ ਦੀ ਆਪਾਂ ਸਪੈਸ਼ਲੀ ਗੱਲ ਕਰੀਏ, ਤੇ ਉਹਦੇ 'ਚ ਲਗਾਤਾਰ ਨਿੱਜੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ। ਪ੍ਰਾਈਵੇਟ ਹਸਪੀਟਲ ਜਿਹੜੇ ਹੈਗੇ ਨੇ ਉਹਨਾਂ ਨੂੰ ਬੜਾਵਾ ਦਿੱਤਾ ਗਿਆ। ਪ੍ਰਾਈਵੇਟ ਹਸਪਤਾਲ ਜਿਹੜੇ ਸੀ ਉਹਨਾਂ ਨੂੰ ਲੋਕਾਂ ਦੇ ਵਿੱਚ ਮੈਂਟੈਲਿਟੀ ਬਣਾਈ ਗਈ ਕਿ ਇੱਥੇ ਤਾਂ ਇੱਦਾਂ ਦਾ ਇਲਾਜ ਹੋਣਾ ਵੀ ਸਾਨੂੰ ਪ੍ਰਾਈਵੇਟ ਹਸਪਤਾਲ ਜਿਹੜਾ ਹੈਗਾ ਉਹ ਤੁਸੀਂ ਚਲੇ ਜਾਓ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ। ਤੇ
ਇੱਕ ਤੇ ਅਖੀਰ ਦੇ ਵਿੱਚ ਲਾਸਟ, ਜੇ ਹੁਣ ਅੱਜ ਦੀ ਹਾਲਤ ਦੇਖੀਏ ਕਿ ਜਿਹੜਾ ਪ੍ਰਾਈਵੇਟ ਹਸਪੀਟਲ ਹੈਗਾ ਉਹ ਇਲਾਜ ਪ੍ਰਣਾਲੀ ਲਈ ਹੈਗਾ, ਤੇ ਦੂਜੇ ਪਾਸੇ ਜਿਹੜਾ ਆਪਣੀਆਂ ਸਰਕਾਰੀ ਹੈਲਥ ਸੇਵਾਵਾਂ ਨੇ ਉਹਨਾਂ ਦਾ ਮੁੱਢਲੀ ਸਿਹਤ ਮੁੱਢਲੀ ਸਿਹਤ ਹੈਗਾ ਉਹਨਾਂ ਤੇ ਹੀ ਜ਼ਿਆਦਾ ਫੋਕਸ ਹੈਗਾ। ਤੇ ਉਹ ਜ਼ਰੂਰੀ ਵੀ ਹੈ, ਆਪਾਂ ਇਹ ਨਹੀਂ ਕਹਿੰਦੇ ਜ਼ਰੂਰੀ ਨਹੀਂ ਹੈ, ਕਿਉਂਕਿ ਜਿਹੜੀਆਂ ਮੁੱਢਲੀਆਂ ਸਿਹਤ ਸੇਵਾਵਾਂ ਨੇ ਜਿਹਦੇ 'ਚ ਟੀਕਾਕਰਨ ਤੋਂ ਲੈ ਕੇ ਫੈਮਿਲੀ ਪਲੈਨਿੰਗ ਤੋਂ ਲੈ ਕੇ ਜਣੇਪਾ ਦੀਆਂ ਸਹੂਲਤਾਂ ਤੋਂ ਲੈ ਕੇ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਦੇਣ ਦੀ ਜ਼ਿੰਮੇਵਾਰੀ ਹੈਗੀ ਆ, ਉਹ ਤੇ ਸਿਰਫ ਸਰਕਾਰੀ ਤੰਤਰ ਤੇ ਹੀ ਹੈ। ਕਿਉਂਕਿ ਪ੍ਰਾਈਵੇਟ ਹਸਪਤਾਲ ਜਿਹੜੇ ਹੈਗੇ ਨੇ ਉਹ ਬਿਲਕੁਲ ਵੀ ਜਿਹੜਾ ਸੀ ਉਹ ਜਿਹੜੀਆਂ ਲੋਕਾਂ ਦੀਆਂ ਹੱਕ ਦੀਆਂ ਮੁੱਢਲੀਆਂ ਸੇਵਾਵਾਂ ਨੇ ਉਹਨਾਂ ਤੇ ਨਹੀਂ ਕੰਮ ਕਰਦੇ। ਉਹ ਜਿਵੇਂ ਆਪਾਂ ਕਹੀਏ ਕਿ ਦੁੱਧ ਉਬਾਲਣ ਵਾਸਤੇ ਜੇ ਅੱਗ ਦੀ ਲੋੜ ਹੈਗੀ ਆ, ਦੁੱਧ ਕਿੰਨੀ ਦੇਰ ਰੱਖਣ ਦੀ ਲੋੜ ਹੈਗੀ ਆ, ਮਲਾਈ ਤਾਂ ਬੜੀ ਦੇਰ ਬਾਅਦ ਆਉਂਦੀ ਹੈਗੀ ਆ। ਕਹਿਣ ਦਾ ਮਤਲਬ ਹੈ ਕਿ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਮਲਾਈ ਖਾਣ ਦੇ ਲਈ ਰੱਖੇ ਨੇ, ਤੇ ਜਿਹੜਾ ਸਾਰਾ ਕੰਮ ਹੈਗਾ ਉਹ ਸਾਰਾ ਜ਼ਿੰਮੇਵਾਰੀ ਸਰਕਾਰੀ ਤੰਤਰ ਤੇ ਪਈ ਹੈਗੀ ਆ। ਜੀ ਡਾਕਟਰ ਸਾਹਿਬ, ਇੱਕ ਗੱਲ ਜਿਹੜੀ ਇੱਥੇ ਨਜ਼ਰ ਆਉਂਦੀ ਆ, ਮੈਂ ਤੁਹਾਡੇ ਨਾਲ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਸਰਕਾਰਾਂ ਜਦੋਂ ਦੇਸ਼ ਚਲਾਉਂਦੇ ਨੇ, ਕੁਝ ਸਾਡੇ ਰਾਜਨੀਤਿਕ ਆਗੂ ਜਾਂ ਜਿਹੜੀ ਬਿਊਰੋਕ੍ਰੇਸੀ ਆ ਟੌਪ ਲੈਵਲ ਦੀ, ਜਿਹ 'ਚ ਬੜੇ ਸੂਝਵਾਨ ਲੋਕ ਬੈਠੇ ਹੁੰਦੇ ਨੇ, ਉਹਨਾਂ ਦਾ ਥਿੰਕ ਟੈਂਕ ਹੁੰਦਾ ਹੈ ਪਿੱਛੇ, ਜਦੋਂ ਪ੍ਰਾਈਵੇਟੇਸ਼ਨ ਵੱਲ ਵੀ ਜਾਂਦੇ ਨੇ, ਜਿੱਦਾਂ ਖਾਸ ਕਰਕੇ ਹੈਲਥ ਦੀ ਗੱਲ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈਲਥ ਦੀ ਆ, ਤੇ ਕੋਵਿਡ ਦੀ ਸਮੱਸਿਆ ਨੂੰ ਲੈ ਕੇ ਆਪਾਂ ਤਾਂ ਹੀ ਡਿਸਕਸ ਕਰ ਰਹੇ ਹਾਂ, ਉਦੋਂ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਉਹਨਾਂ ਦੇ ਉੱਤੇ ਕੋਈ ਸਰਕਾਰੀ ਕੁੰਡਾ ਨਹੀਂ ਹੁੰਦਾ, ਇਹਨਾਂ ਦਾ ਕਿਸੇ ਤਰ੍ਹਾਂ ਦਾ ਕੰਟਰੋਲ ਜਿਹੜਾ ਉਹ ਨਹੀਂ ਹੁੰਦਾ, ਕਿ ਇੰਨੀ ਆਜ਼ਾਦੀ ਦੇ ਦਿੱਤੀ ਜਾਂਦੀ ਹੈ ਕਿ ਉਹ ਜੋ ਮਰਜ਼ੀ ਕਰ ਲੈਣ, ਚਾਹੇ ਕਿਸੇ ਨੂੰ ਐਡਮਿਟ ਕਰਨ ਚਾਹੇ ਨਾ ਕਰਨ, ਕਿਸੇ ਨੂੰ ਰਿਫਿਊਜ਼ ਕਰ ਦੇਣ, ਚਾਹੇ ਕੋਈ ਐਮਰਜੈਂਸੀ ਹਾਲਾਤ ਵਿੱਚ ਉੱਥੇ ਪਹੁੰਚਦਾ ਉਹ ਕਹਿ ਦੇਣ ਸਾਡੇ ਕੋਲ ਬੈੱਡ ਹੈ ਨਹੀਂਗਾ। ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਨੇ, ਇਹਦੇ ਤੋਂ ਆਪਾਂ ਕੀ ਸਬਕ ਸਿੱਖਿਆ, ਤੇ ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਹਸਪੀਟਲ ਨੂੰ ਅਜੇ ਵੀ ਇਸ ਤਰ੍ਹਾਂ ਦੀ ਸ਼ਾਇਦ ਦੇ ਰਹੀ ਆ ਕਿ ਪਿਛਲੇ ਦਿਨੀ ਇੱਕ ਆਰਡੀਨੈਂਸ ਸ਼ਾਇਦ ਆਇਆ ਕਿ ਜੇ ਕੋਵਿਡ ਦਾ ਮਰੀਜ਼ ਤੁਹਾਡੇ ਕੋਲ ਆਉਂਦਾ ਤੇ ਪ੍ਰਾਈਵੇਟ ਹਸਪੀਟਲ ਨੂੰ ਅਲਾਉ ਕੀਤਾ ਗਿਆ ਕਿ ਉਹ 2 ਲੱਖ ਤੱਕ ਦੀ ਰਕਮ ਉਹਦੇ ਕੋਲ ਲੈ ਸਕਦੇ ਆ। ਕੀ ਆਪਾਂ ਸੋਚ ਸਕਦੇ ਆ ਕਿ ਰੂਰਲ ਏਰੀਆ 'ਚ ਆਮ ਜਿਹੜੀ ਜਨ ਸਧਾਰਨ ਹੈ ਸਾਡਾ 75-80%, ਉਹ 2 ਲੱਖ ਰੁਪਇਆ ਦੇ ਕੇ ਹਫ਼ਤੇ ਲਈ ਕੋਵਿਡ ਦਾ ਇਲਾਜ ਕਿਸੇ ਹਸਪਤਾਲ 'ਚ ਕਰਵਾ ਸਕਦਾ? ਮਤਲਬ ਸਰਕਾਰ ਨੂੰ ਇਹਨਾਂ ਹਸਪਤਾਲਾਂ ਦੇ ਉੱਤੇ ਕੋਈ ਕੰਟਰੋਲ, ਕੋਈ ਸਰਕਾਰੀ ਕੁੰਡਾ ਰੱਖਣਾ ਜ਼ਰੂਰੀ ਹੈ ਜਾਂ ਨਹੀਂ? ਜੇ ਨਹੀਂ ਤੇ ਇਹਨਾਂ ਨੇ ਕਿਉਂ ਨਹੀਂ ਰੱਖਿਆ? ਹਾਂਜੀ ਦੇਖੋ, ਆਮ ਹਾਲਤਾਂ ਦੇ ਵਿੱਚ ਜਿਹੜਾ ਹੈਗਾ ਉਹ ਵੀ ਕੰਟਰੋਲ ਹੋਣਾ ਜ਼ਰੂਰੀ ਆ। ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈਗੀ ਆ, ਪਰ ਇੱਕ ਨਾ ਕਾਨੂੰਨ ਦੇ ਮੁਤਾਬਕ ਵੀ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਰਕਾਰ ਦੇ ਕੋਲ ਸਪੈਸ਼ਲ ਪਾਵਰਸ ਹੁੰਦੀ ਆ। ਐਪੀਡੈਮਿਕ ਦੇ ਵਿੱਚ, ਲੜਾਈਆਂ ਦੇ ਵਿੱਚ, ਜਦੋਂ ਸਾਡੀ ਸਿਹਤ ਸੇਵਾਵਾਂ ਦੀ ਲੋੜ ਸਾਨੂੰ ਜ਼ਿਆਦਾ ਹੁੰਦੀ ਆ, ਉਦੋਂ ਕਿਸੇ ਵੀ ਦੌਰ ਹੋਵੇ, ਹੈਲਥ ਐਮਰਜੈਂਸੀ ਦਾ ਦੌਰ ਹੋਵੇ, ਹਾਂਜੀ ਹੈਲਥ ਐਮਰਜੈਂਸੀ ਦੌਰ ਹੋਵੇ, ਉਦੋਂ ਇੱਕ ਕਾਨੂੰਨ ਦੇ ਵਿੱਚ ਇੱਕ ਇਹ ਵੀ ਮੱਦ ਹੈਗੀ ਆ ਕਿ ਉਸ ਵੇਲੇ ਕਿਸੇ ਵੀ ਹਸਪੀਟਲ ਨੂੰ, ਪ੍ਰਾਈਵੇਟ ਅਦਾਰੇ ਨੂੰ, ਪ੍ਰਾਈਵੇਟ ਸਕੂਲ ਨੂੰ ਕੈਪਚਰ, ਮਤਲਬ ਗਵਰਨਮੈਂਟ ਆਪਣੇ ਅੰਡਰਟੇਕ ਆਪਣੇ ਕੋਲ ਕਰਕੇ ਉੱਥੇ ਉਹਨੂੰ ਮੇਕਸ਼ਿਫਟ ਹਸਪੀਟਲ ਵੀ ਬਣਾ ਸਕਦੀ ਆ, ਚਾਹੇ ਸਕੂਲ ਹੋਵੇ ਚਾਹੇ ਕੋਈ ਧਰਮਸ਼ਾਲਾ ਹੋਵੇ, ਤੇ ਜਿੱਥੇ ਸੇਵਾਵਾਂ ਬੈੱਡ, ਜਿਹੜੇ ਹਸਪੀਟਲ ਬੈੱਡ ਨੇ ਜਿੰਨੇ ਪ੍ਰਾਈਵੇਟ ਵਾਲੇ, ਉਹ ਸਾਰਿਆਂ ਨੂੰ ਸਰਕਾਰ ਆਪਣੇ ਹੱਥ 'ਚ ਲੈ ਸਕਦੀ ਹੈਗੀ ਆ। ਤੇ ਉਹ ਰੈਗੂਲੇਸ਼ਨ ਦੇ ਤਹਿਤ ਹੀ ਕਿਹਦੇ ਤੋਂ ਕਿੰਨੇ ਪੈਸੇ ਲੈਣੇ ਨੇ, ਸਾਰਾ ਕੁਝ ਜਿਹੜਾ ਹੈਗਾ ਉਹ ਪ੍ਰਬੰਧ ਕੀਤਾ ਜਾ ਸਕਦਾ ਕਿ ਜਿਹਦੇ ਕੋਲ, ਕਿਉਂਕਿ ਬੇਸਿਕਲੀ ਤਾਂ ਹੈਗਾ ਕਿ ਇਲਾਜ ਦੇ ਵੇਲੇ, ਬਿਮਾਰ ਹੋਣ ਵੇਲੇ ਨਹੀਂ ਬੰਦਾ ਦੇਖਦਾ ਕਿ ਉਹਦੀ ਜੇਬ 'ਚ ਕਿੰਨੇ ਪੈਸੇ ਨੇ। ਇਲਾਜ ਜਿਹੜਾ ਹੈਗਾ ਉਹ ਸਭ ਦਾ ਮੁੱਢਲਾ ਹੱਕ ਆ। ਇਲਾਜ ਇਸ ਗੱਲੋਂ, ਇਹ ਗੱਲ ਬਿਲਕੁਲ ਜਾਇਜ਼ ਨਹੀਂ ਹੈਗੀ ਕਿ ਜਿਹਦੀ ਜੇਬ 'ਚ ਪੈਸੇ ਹੈਗੇ ਨੇ ਉਹਦੇ ਲਈ ਬੈੱਡ ਹੋਣ, ਦੂਜੇ ਲਈ ਨਹੀਂ ਹੋਣ। ਤੇ ਪਰ ਇੱਕ ਚੀਜ਼ ਇਸ ਮਹਾਮਾਰੀ ਦੇ ਵਿੱਚ ਇਹ ਗੱਲ ਬਿਲਕੁਲ ਲੋਕਾਂ ਦੇ ਸਾਹਮਣੇ ਨੰਗੇ ਚਿੱਟੇ ਰੂਪ ਦੇ, ਚਿੱਟੇ ਦਿਨ ਵਾਂਗੂ ਸਾਹਮਣੇ ਆ ਗਈ ਆ ਕਿ ਜਿਹੜੇ ਲੋਕ ਇਹ ਸੋਚਦੇ ਸੀਗੇ ਕਿ ਸਾਨੂੰ ਤਾਂ ਪ੍ਰਾਈਵੇਟ ਹਸਪਤਾਲਾਂ ਬਾਰੇ, ਸਰਕਾਰੀ ਹਸਪਤਾਲਾਂ ਦੇ ਜਿੱਥੇ ਉੱਥੇ ਗਰੀਬ ਲੋਕ ਜਾਂਦੇ ਨੇ, ਸਾਨੂੰ ਉਹ ਅਸੀਂ ਉੱਥੇ ਕਦੀ ਗਏ ਨਹੀਂ, ਸਾਨੂੰ ਉਹਨਾਂ ਬਾਰੇ ਆਵਾਜ਼ ਉਠਾਉਣ ਦੀ ਲੋੜ ਹੀ ਹੈ ਨਹੀਂ। ਉਹ ਕੀ ਕਰਦੇ ਸੀਗੇ, ਕਿਉਂਕਿ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਾਉਂਦੇ ਸੀ। ਪਰ ਇਸ ਵਕਤ ਲੋਕ ਲੱਖਾਂ ਰੁਪਈਏ ਜੇਬਾਂ 'ਚ ਪਾ ਕੇ ਪ੍ਰਾਈਵੇਟ ਹਸਪਤਾਲਾਂ ਦੇ ਦਰਵਾਜ਼ੇ ਖੜਕਾ ਰਹੇ ਨੇ, ਤੇ ਪ੍ਰਾਈਵੇਟ ਹਸਪਤਾਲ ਦਰਵਾਜ਼ੇ ਨਹੀਂ ਖੋਲ ਰਹੇ ਇਸ ਕੋਵਿਡ ਦੇ ਦੌਰਾਨ, ਉਹਨੂੰ ਦਾਖਲ ਨਹੀਂ ਕਰ ਰਹੇ ਹੈਗੇ। ਤੇ ਉਹ ਜਿਹੜੇ ਡਾਕਟਰਾਂ ਨਾਲ ਉਹ ਸੋਚਦੇ ਸਾਡੇ ਪਰਸਨਲ ਰਿਲੇਸ਼ਨ ਬਣੇ ਨੇ, ਉਹਨਾਂ ਦੇ ਪੱਕੇ ਮਰੀਜ਼ ਸੀ ਜਿਹੜੇ ਲੱਗੇ ਹੋਏ ਸੀ ਪ੍ਰਾਈਵੇਟ ਹਸਪਤਾਲਾਂ ਦੇ, ਉਹਨਾਂ ਨੂੰ ਵੀ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਨੇ ਉਹ ਦੜਾ ਰਹੇ ਨੇ। ਪਰ ਘੁੰਮ ਕੇ ਜ਼ਿੰਮੇਵਾਰੀ ਸਰਕਾਰ ਤੇ ਆ ਜਾਂਦੀ ਹੈਗੀ ਆ। ਪਰ ਇੱਥੇ ਉਹ ਰੈਗੂਲੇਸ਼ਨ ਜਿਹੜਾ ਹੈਗਾ ਉਹ ਮਹਾਮਾਰੀ ਦੇ ਸਮੇਂ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ 'ਚ ਲੈ ਲੈਣਾ, ਉਹ ਇਸ ਵਕਤ ਕਰਨਾ ਬਿਲਕੁਲ ਬਣਦਾ ਹੈਗਾ। ਤੇ ਉਹਦੇ ਵਿੱਚ
ਹੁਣ ਇਸ ਟਾਈਮ ਜੇ ਆਪਾਂ ਕੋਵਿਡ ਦੀ ਆਪਾਂ ਦੇਖੀਏ ਮਹਾਮਾਰੀ ਦੇ ਵਿੱਚ ਜਿਹੜਾ ਹੈਗਾ ਇਸ ਟਾਈਮ ਚੱਲ ਰਿਹਾ ਹੈਗਾ, ਬਹੁਤੇ ਲੋਕ ਕੋਵਿਡ ਕਰਕੇ ਨਹੀਂ ਮਰ ਰਹੇ ਹੈਗੇ। ਜ਼ਿਆਦਾ ਲੋਕ ਜਿਹੜੇ ਹੈਗੇ ਨੇ ਕੋਵਿਡ ਬਿਮਾਰੀ ਦੇ ਕਰਕੇ ਲੋਕ ਘੱਟ ਮਰ ਰਹੇ ਹੈਗੇ ਨੇ, ਪਰ ਕੋਵਿਡ ਹੋਣ ਤੋਂ ਬਾਅਦ ਇਲਾਜ ਦੇਖਣੋਂ ਉਹ ਲੋਕ ਜ਼ਿਆਦਾ ਮਰ ਰਹੇ ਹੈਗੇ ਨੇ। ਇਸ ਵਕਤ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਗੱਲੋਂ ਆਕਸੀਜਨ ਟਾਈਮ ਸਿਰ ਨਹੀਂ ਮਿਲ ਰਹੀ ਤਾਂ ਉਹ ਮਰ ਰਹੇ ਨੇ। ਉਹ ਬਚ ਸਕਦੇ ਸੀ, ਜਾਂ ਉਹਨਾਂ ਨੂੰ ਰੈਮਡੇਸਿਵਿਰ ਦਾ ਇੰਜੈਕਸ਼ਨ ਉਹਨਾਂ ਨੂੰ ਨਹੀਂ ਮਿਲਿਆ ਜਾਂ ਹੋਰ ਇਲਾਜ ਦੇ ਟੀਕੇ ਨਹੀਂ ਮਿਲੇ ਤਾਂ ਮਰ ਰਹੇ ਨੇ। ਤੇ ਇਹਨੂੰ ਆਪਾਂ ਜੀਨੋਸਾਈਡ ਕਹਿ ਸਕਦੇ ਹਾਂ ਕਿ ਇਹ ਸਿਰਫ ਸਾਡੇ ਪ੍ਰਬੰਧਾਂ ਦੀ ਕਰਕੇ, ਸਾਡੇ ਪੋਲੀਟੀਸ਼ੀਅਨ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਸਰਕਾਰਾਂ ਦੀ, ਉਹ ਸਰਕਾਰਾਂ ਤੋਂ ਪ੍ਰਬੰਧ ਨਹੀਂ ਹੋ ਸਕਿਆ। ਇਸ ਗੱਲ ਦੀ ਸੱਚਾਈ ਸਾਨੂੰ ਸਰਕਾਰਾਂ ਨੂੰ ਮੰਨਣੀ ਚਾਹੀਦੀ ਹੈ ਉੱਥੋਂ ਦੀਆਂ ਨੂੰ, ਕਿ ਸਾਡੇ ਕੋਲ ਪ੍ਰਬੰਧ ਨਹੀਂ ਹੋ ਸਕਿਆ, ਅਸੀਂ ਕੋਵਿਡ ਦੇ ਮਰੀਜ਼ਾਂ ਨੂੰ ਬਚਾ ਨਹੀਂ ਸਕੇ। ਤੇ ਇਹ ਸਾਫ਼ ਨਜ਼ਰ ਹੈ, ਇਹ ਹੈਲਥ ਸੇਵਾਵਾਂ ਨੂੰ ਇਗਨੋਰ ਕੀਤਾ ਗਿਆ ਜਿਹੜਾ ਲੰਬੇ ਸਮੇਂ ਤੋਂ, ਜਿਹਨੂੰ ਸਮਝਿਆ ਗਿਆ ਕਿ ਇਹਦੀ ਲੋੜ ਨਹੀਂ ਹੈਗੀ, ਨਿੱਜੀਕਰਨ ਦੀ ਹਵਾ ਆਪਾਂ ਚਲਾਈ, ਸਾਰਾ ਕੁਝ ਕੀਤਾ, ਇਗਨੋਰ ਕੀਤਾ ਆਪਣਾ ਪ੍ਰਾਈਵੇਟ ਆਪਣੇ ਸਰਕਾਰੀ ਸਿਸਟਮ ਨੂੰ। ਇਹ ਉਹਦਾ ਨਤੀਜਾ ਅੱਜ ਸਾਡੇ ਸਾਹਮਣੇ ਜਿਹੜਾ ਹੈਗਾ ਉਹ ਆ ਰਿਹਾ ਹੈਗਾ, ਜਿਹੜਾ ਕਿ ਮੰਦਭਾਗਾ, ਇਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਇੱਕ ਚੀਜ਼ ਹੋਰ ਦੇਖੋ ਨਜ਼ਰ ਆ ਰਹੀ ਹੈਗੀ ਆ ਕਿ ਸਰਕਾਰਾਂ ਜਿਹੜੀਆਂ ਨੇ ਇੰਨੀਆਂ ਬੇਮੁਖ ਹੋਈਆਂ ਇਸ ਟਾਈਮ ਦੇ ਵਿੱਚ ਕਿ ਉਹਨਾਂ ਵੱਲੋਂ ਇਹ ਵੀ ਨਹੀਂ ਆ ਰਿਹਾ ਕਿ ਹਾਂ ਅਸੀਂ ਆਕਸੀਜਨ ਦਾ ਪ੍ਰਬੰਧ ਕਰ ਰਹੇ ਹਾਂ, ਆਕਸੀਜਨ ਦਾ ਪ੍ਰਬੰਧ ਹੋ ਗਿਆ, ਉਹਦੀ ਡਿਸਟ੍ਰੀਬਿਊਸ਼ਨ ਸਹੀ ਕਰ ਰਹੇ ਹੈਗੇ ਆ, ਜਾਂ ਵੈਂਟੀਲੇਟਰ ਜਿਹੜੇ ਹੈਗੇ ਨੇ ਉਹਨਾਂ ਦਾ ਪ੍ਰਬੰਧ ਕਰ ਰਹੇ ਹੈਗੇ ਨੇ। ਲੋਕ ਗਲੀਆਂ ਦੇ ਵਿੱਚ, ਘਰਾਂ ਦੇ ਵਿੱਚ ਧਾਹਾਂ ਮਾਰ ਕੇ ਰੋ ਰਹੇ ਹੈਗੇ ਨੇ, ਪਰ ਜਿਵੇਂ ਉਹਨਾਂ ਦਾ ਕੋਈ ਵਾਲੀ ਵਾਰਸ ਕੋਈ ਨਹੀਂ ਹੈ। ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਜਿਹੜਾ ਹੈਗਾ, ਉੱਥੇ ਵੀ ਜਿਹੜਾ ਹੈਗਾ ਉਹ ਜਿਵੇਂ ਖਬਰਾਂ ਆ ਰਹੀਆਂ ਹੈਗੀਆਂ ਨੇ ਕਿ ਲੱਕੜਾਂ ਦੇ ਰੇਟ ਵੱਧ ਚੁੱਕੇ ਨੇ, ਪੂਰੀ ਤਰ੍ਹਾਂ ਲੁੱਟ ਹੋ ਰਹੀ ਹੈਗੀ ਆ। ਗੁਜਰਾਤ ਦੇ ਵਿੱਚ ਤੁਸੀਂ ਦੇਖਿਆ ਨਕਲੀ ਦਵਾਈਆਂ, ਨਕਲੀ ਜਿਹੜੀਆਂ ਵੈਕਸੀਨ ਤੱਕ ਦੀਆਂ ਫੈਕਟਰੀਆਂ ਫੜੀਆਂ ਗਈਆਂ ਹੈਗੇ ਨੇ। ਤੇ ਉਸ ਟਾਈਮ ਇੰਡੀਆ ਵਿੱਚ ਹੁਣ ਇਦਾਂ ਲੱਗ ਰਿਹਾ ਹੈਗਾ ਕਿ ਪ੍ਰਬੰਧ ਤਾਂ ਵੱਖਰੀ ਚੀਜ਼ ਹੈ, ਪ੍ਰਬੰਧਾਂ ਜਿਹੜੇ ਸੀਗੇ ਪ੍ਰਬੰਧ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਸਰਕਾਰਾਂ ਬਿਲਕੁਲ ਹੀ ਜਿਹੜੀਆਂ ਹੈਗੀਆਂ ਨੇ ਉਹ ਆਪਣਾ ਰੋਲ ਨਹੀਂ ਨਿਭਾ ਰਹੀਆਂ। ਇਹ ਸਾਡੀ ਜਿਹੜੀ ਹੈਗੀ ਹੈ ਤਰਾਸਦੀ ਹੈਗੀ ਆਪਣੇ ਇੰਡੀਆ ਦੀ ਇਸ ਟਾਈਮ। ਜੀ ਡਾਕਟਰ ਸਾਹਿਬ, ਸਰਕਾਰਾਂ ਨੇ ਤੇ ਜਿਹੜਾ ਸਭ ਕੁਝ ਸਿੱਖਣਾ ਹੈ, ਜਿਹੜਾ ਉੱਥੋਂ ਦੀ ਪਾਪੂਲੇਸ਼ਨ ਹੈ, ਜਿਹੜੇ ਲੋਕ ਆ, ਹੁਣ ਯੁੱਗ ਜਿਹੜਾ ਉਹ ਚੇਤਨਤਾ ਦਾ ਯੁੱਗ ਆ, ਲੋਕ ਕਾਫੀ ਪੜ੍ਹੇ ਲਿਖੇ ਲੋਕ ਨੇ। ਕੀ ਐਸ ਜਿਹੜਾ ਪੈਂਡੈਮਿਕ ਦਾ ਦੌਰ ਆਇਆ ਇਹਦੇ ਤੋਂ ਬਾਅਦ ਲੋਕ ਚੇਤਨਾ ਵਿੱਚ ਇਹ ਗੱਲ ਆਏਗੀ ਕਿ ਸਾਡੇ ਐਜੂਕੇਸ਼ਨ ਦੇ ਉੱਤੇ, ਸਾਡੀ ਹੈਲਥ ਦੇ ਉੱਤੇ ਜਿਹੜਾ ਆ ਉਹ ਬਜਟ ਜਿਹੜਾ ਉਹਨੂੰ ਇਨਕਰੀਜ਼ ਕੀਤਾ ਜਾਵੇ, ਵਧਾਇਆ ਜਾਵੇ? ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਬਜਟ ਦਾ ਜਦੋਂ ਆਉਂਦਾ ਹੈ ਹਰ ਸਾਲ ਤੇ ਪਰਸੈਂਟੇਜ ਜਿਹੜੀ ਹੈਲਥ ਦੀ ਉਹ ਡਿਕਰੀਜ਼ ਹੁੰਦੀ ਜਾਂਦੀ ਆ। ਉਹ ਜੇ ਕਹਿਣ ਨੂੰ ਅੰਕੜੇ ਦੱਸ ਦਿੰਦੇ ਨੇ ਕਿ ਪਿਛਲੀ ਵਾਰ ਅਸੀਂ 500 ਕਰੋੜ ਰੱਖਿਆ ਸੀ ਜਾਂ 5000 ਕਰੋੜ ਰੱਖਿਆ, ਯਾਰ ਕਿ 7000 ਕਰੋੜ ਰੱਖਿਆ, ਪਰ ਨਾਲ ਦੀ ਨਾਲ ਜਦੋਂ ਉਹਨੂੰ ਪਰਸੈਂਟੇਜ ਨਾਲ ਕਨਵਰਟ ਕਰਦੇ ਆ ਤੇ ਉਹ ਡਿਕਰੀਜ਼ ਹੁੰਦੀ ਬਿਲਕੁਲ ਹੀ ਥੱਲੇ ਚਲੀ ਗਈ ਆ। ਯਾਨੀ ਕਿ ਗਵਰਨਮੈਂਟ ਦੀ ਪ੍ਰਾਇੋਰਟੀ ਹੈ ਹੀ ਨਹੀਂ ਰਹੀ। ਤੇ ਕੀ ਹੁਣ ਲੋਕ ਰਾਏ ਬਣੇਗੀ ਅਸੀਂ ਕਿ ਸਾਨੂੰ ਪ੍ਰਾਈਵੇਟ ਸਿਸਟਮ ਚੋਂ ਬਾਹਰ ਕੱਢ ਕੇ ਪਹਿਲਾਂ ਵਰਗਾ ਸਰਕਾਰੀ ਤੰਤਰ ਬਹਾਲ ਕੀਤਾ ਜਾਵੇ ਤੇ ਹਰ ਆਮ ਗਰੀਬ ਵਿਅਕਤੀ ਤੱਕ ਜਿਹੜੀਆਂ ਨੇ 2 ਲੋੜਾਂ, ਜਿਹੜੀਆਂ ਬੁਨਿਆਦੀ ਲੋੜਾਂ ਨੇ, 3 ਲੋੜਾਂ ਮੈਂ ਕਹਾਂ, ਫੂਡ ਪਹੁੰਚੇ, ਉਹਨਾਂ ਲਈ ਹੈਲਥ ਸਰਵਿਸਿਜ਼ ਮਿਲਣ ਤੇ ਨਾਲ ਦੀ ਨਾਲ ਉਹਨਾਂ ਨੂੰ ਐਜੂਕੇਸ਼ਨ ਮਿਲੇ, ਜਿਹੜਾ ਸਾਡਾ ਸਭ ਦਾ ਬੁਨਿਆਦੀ ਹੱਕ ਹੈ, ਰਾਈਟ ਹੈ। ਇਹਦੇ ਲਈ ਕੋਈ ਲਾਮਬੰਦੀ ਹੋਏਗੀ, ਇਹ ਤੋਂ ਕੋਈ ਸਬਕ ਸਿੱਖੇ ਜਾਣਗੇ? ਤੇ ਮੇਰਾ ਲਾਸਟ ਕੁਐਸਚਨ ਹੈ, ਫਿਰ ਆਪਾਂ ਦੂਜੀ ਸੈਗਮੈਂਟ ਨਾਲ ਜਾਣਾ ਜੀ, ਸ਼ਹੀਦ ਦਸਾਂਝ ਨਾਲ ਜੁੜਨਾ। ਤੇ ਡਾਟਾ ਜਿਹੜਾ ਆਪਾਂ ਅੱਜ ਕੋਈ ਡਿਸਕਸ ਨਹੀਂ ਕੀਤਾ, ਕੋਈ ਜਨਰਲ ਗੱਲ ਕਰ ਰਹੇ ਹਾਂ, ਫਿਰ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਤੁਹਾਡੇ ਕੋਲ ਹੋਰ ਇਹਦੇ ਬਾਰੇ ਜਿਹੜੀਆਂ ਡਿਟੇਲ ਜਾਣਕਾਰੀਆਂ ਲਵਾਂਗੇ। ਹਾਂਜੀ ਹਰਜੀਤ ਜੀ, ਤੁਸੀਂ ਬੜੀ ਸੈਂਸਿਟਿਵ ਗੱਲ ਜਿਹੜੀ ਬਜਟ ਵਾਲੀ ਗੱਲ ਜਿਹੜੀ ਹੈਗੀ ਆ, ਤੇ ਉਹਦੇ ਤੇ ਮੈਂ ਥੋੜਾ ਜਿਹਾ ਤੁਹਾਡੀ ਗੱਲ ਨੂੰ ਰੱਖੂੰਗਾ ਕਿ ਬਜਟ ਜਿਹੜਾ ਹੈਗਾ ਉਹ ਸਾਡੇ ਹਰ ਸਾਲ ਦੇ ਜਿਹੜਾ ਸਾਲਾਨਾ ਬਜਟ ਹੈ ਉਹਦੇ ਵਿੱਚ ਹੈਲਥ ਦੀ ਬਜਟ ਦੀ ਆਪਾਂ ਜਿਹੜੀ ਗੱਲ ਕੀਤੀ ਹੈਗੀ ਤੁਸੀਂ, ਕਿ ਆਪਾਂ ਨੂੰ ਲੱਗਦਾ ਕਿ ਦੇਖੋ ਜੀ ਪੂਰੀ ਟੋਟਲ GDP ਜਿਹੜੀ ਹੈਗੀ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਹੈਗੀ ਆ, ਉਹਦਾ ਬਜਟ 2.5 ਹੋ ਗਿਆ। ਅਗਲੀ ਵਾਰੀ ਕਹਿ ਦੇਣਗੇ ਜੀ 2.5 ਨਹੀਂ ਜੀ, ਅਸੀਂ 3% ਕਰਤਾ, ਅਗਲੀ ਵਾਰੀ ਇਹ ਵੀ ਦਿਖਾ ਦੇਣਗੇ 4% ਕਰਤਾ। ਪਰ ਸਵਾਲ ਇਹ ਹੈਗਾ ਕਿ ਉਹ ਸਾਰਾ ਜਿਹੜਾ ਹੈਲਥ ਦਾ ਬਜਟ ਹੈਗਾ ਉਹ 'ਚ 90% ਦਾ ਬਜਟ ਜਿਹੜਾ ਹੈਗਾ ਉਹ ਫੈਮਿਲੀ ਪਲੈਨਿੰਗ ਤੇ ਟੀਕਾਕਰਨ ਤੇ ਹੋਰ ਉਹਦੇ ਤੇ ਲੱਗਦਾ ਹੈਗਾ। ਇਲਾਜ ਵਾਲਾ ਪਾਰਟ ਤਾਂ ਫਿਰ ਉਹਦੇ ਵਿੱਚੋਂ 10% ਹੋ ਗਿਆ। ਅੱਛਾ, 10% ਦੇ ਵਿੱਚ ਤਕਨੀਕ ਜਿਹੜੀ ਹੈਗੀ ਆ ਉਹ ਮਹਿੰਗੀ, ਸਾਇੰਟੀਫਿਕ ਟੈਕਨੀਕ ਜਿਹੜੀ ਐਡਵਾਂਸ ਹੁੰਦੀ ਹੈਗੀ ਆ, ਉਹ 'ਚ ਮਸ਼ੀਨਾਂ ਤਾਂ ਹੋਰ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਤੇ ਉਹ ਫੇਰ ਨਹੀਂ ਪੂਰੀਆਂ ਪੈਂਦੀਆਂ। ਕਹਿੰਦਾ ਮਤਲਬ ਹੈ ਕਿ ਜਿਹੜੀ ਇਹ ਬਜਟ ਦੀਆਂ ਜਿਹੜੀਆਂ ਪਰਸੈਂਟੇਜ ਗਿਣਤੀਆਂ ਮਿਣਤੀਆਂ ਨੇ, ਇਹ ਵੀ ਲੋਕਾਂ ਨੂੰ, ਮੇਰਾ ਖਿਆਲ ਆ ਕਿ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਗੁੰਮਰਾਹ ਕਰਨ ਵਾਲੀ ਗੱਲ ਲੱਗਦੀ ਹੈਗੀ ਆ। ਤੇ ਉਹਦਾ ਫਿਰ ਨਤੀਜਾ ਇਹ ਨਿਕਲਦਾ ਕਿ ਪ੍ਰੈਕਟੀਕਲੀ ਰੂਟ ਲੈਵਲ ਤੇ ਮਰੀਜ਼ਾਂ ਦੇ ਲਈ, ਇਲਾਜ ਦੇ ਲਈ ਉਹ ਫਿਰ ਕੁਛ ਨਾ ਕੁਛ ਜਿਹੜਾ ਹੈਗਾ ਉਹ ਨਹੀਂ ਹੋ ਜਾਂਦਾ।
ਤੇ ਇਹਦੇ ਵਿੱਚ ਜਿਹੜੇ ਸਾਡੇ ਮੰਤਰੀ ਨੇ, ਸਾਡੇ ਜਿਹੜੇ ਨੀਤੀ ਘਾੜੇ ਨੇ, ਉਹਨਾਂ ਨੂੰ ਸਾਰਾ ਪਤਾ ਹੁੰਦਾ ਇਸ ਚੀਜ਼ ਦਾ, ਪਰ ਉਹ ਜਨਤਾ ਨਹੀਂ ਸਮਝ ਸਕਦੀ ਤੇ ਇਸ ਕਰਕੇ ਉਹ ਇਸ ਚੀਜ਼ ਦਾ ਜਿਹੜਾ ਹੈਗਾ ਉਹ ਫਾਇਦਾ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਤੇ ਇਹ ਵੀ ਗੱਲ ਬਿਲਕੁਲ ਸਹੀ ਹੈਗੀ ਆ ਕਿ ਲੋਕ ਚੇਤਨਤਾ ਜਿਹੜੀ ਹੈਗੀ ਆ ਇਸ ਸਮੇਂ ਦੇ ਵਿੱਚ, ਜਦੋਂ ਲੋਕਾਂ ਨੂੰ ਸਿੱਧੀ ਆਫਤ ਆਈ ਹੈਗੀ ਆ, ਉਦੋਂ ਲੋਕਾਂ ਦੀ ਚੇਤਨਤਾ ਦਾ ਵਿਕਾਸ ਜ਼ਿਆਦਾ ਹੁੰਦਾ ਹੈਗਾ। ਉਸ ਚੇਤਨਤਾ ਦੇ ਵਿਕਾਸ ਦੇ ਵਿੱਚੋਂ ਲੋਕ ਜਿਹੜੇ ਹੈਗੇ ਨੇ ਉਹ ਇਕੱਠੇ ਹੋ ਕੇ ਸਰਕਾਰਾਂ ਤੋਂ ਮੰਗ ਕਰਨ ਵਾਸਤੇ ਜਿਹੜਾ ਹੈਗਾ ਉਹ ਤਿਆਰ ਹੋ ਜਾਂਦੇ ਨੇ। ਤੇ ਇਹਦੇ ਲਈ ਇਹ ਗੱਲ ਜਿਹੜੀ ਹੈਗੀ ਆ ਸਾਡੇ ਲਈ ਫਿਊਚਰ ਦੇ ਲਈ ਬਿਲਕੁਲ ਇਹ ਗੱਲ ਸਾਨੂੰ ਜਿਹੜੀ ਹੈਗੀ ਆਸ ਕਰਨੀ ਚਾਹੀਦੀ ਆ ਕਿ ਲੋਕ ਜਿਹੜੇ ਹੈਗੇ ਨੇ ਉਹ ਚੇਤਨਤ ਹੋ ਕੇ, ਲੋਕ ਜਿਹੜੇ ਇਕੱਠੇ ਹੋ ਕੇ ਸਰਕਾਰਾਂ ਤੋਂ ਜ਼ਰੂਰ ਇਸ ਗੱਲ ਦੀ ਮੰਗ ਕਰਨਗੇ ਕਿ ਸਾਨੂੰ ਜਿਹੜੀ ਹੈਗੀ ਆ ਉਹ ਸਿਹਤ ਸੇਵਾਵਾਂ ਜ਼ਰੂਰੀ ਨੇ, ਸਾਨੂੰ ਜਿਹੜੀ ਹੈਗੀ ਆ ਸਾਡੀਆਂ ਖੁਰਾਕ ਜ਼ਰੂਰੀ ਆ, ਸਾਨੂੰ ਸਿੱਖਿਆ ਜ਼ਰੂਰੀ ਆ, ਤੇ ਜਿਹਦੇ ਲਈ ਸਰਕਾਰਾਂ ਨੂੰ ਅਸੀਂ ਮਨਜ਼ੂਰ ਕਰ ਸਕਦੇ ਹਾਂ। ਇਹ ਗੱਲ ਬਿਲਕੁਲ ਸਹੀ ਲੱਗਦੀ ਹੈਗੀ ਆ, ਸਾਡੀ ਆਸ ਆ ਸਾਨੂੰ ਇਸ ਚੀਜ਼ ਦੀ। ਡਾਕਟਰ ਸਾਹਿਬ, ਇਸੇ ਪੋਜ਼ਿਟਿਵ ਨੋਟ ਤੇ ਅੱਜ ਦਾ ਅਸੀਂ ਪ੍ਰੋਗਰਾਮ ਖਤਮ ਕਰਨਾ ਜੀ। ਤੁਹਾਡੇ ਕੋਲ ਇਜਾਜ਼ਤ ਵੀ ਲੈਣੀ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਲੋਕ ਜਿਹੜੇ ਆ ਉਹ ਚੇਤਨ ਹੋ ਕੇ ਸਰਕਾਰਾਂ ਕੋਲੋਂ ਆਪਣੇ ਹੱਕ ਜਿਹੜੇ ਆ ਉਹ ਮੰਗਣ ਲਈ ਬਾਹਰ ਨਿਕਲਣਗੇ ਔਰ ਆਪਣੀ ਆਵਾਜ਼ ਬੁਲੰਦ ਕਰਨਗੇ ਕਿ ਸਾਨੂੰ ਇਸ ਤਰ੍ਹਾਂ ਦਾ ਸਿਸਟਮ ਚਾਹੀਦਾ। ਜਿਹੜੀਆਂ ਅਸੀਂ ਮਿਸਾਲਾਂ ਦੇਖ ਰਹੇ ਹਾਂ, ਕਿਸਾਨ ਮੂਵਮੈਂਟ ਚੱਲ ਰਹੀ ਆ, ਹੋਰ ਕੁਝ ਮੂਵਮੈਂਟਾਂ ਉੱਠ ਰਹੀਆਂ ਨੇ ਉੱਥੇ, ਤੇ ਇਹਦਾ ਵਿਸਤਾਰ ਹੋਏਗਾ ਔਰ ਲੋਕ ਜਿਹੜੇ ਆ ਇਹ ਜਿਹੜਾ ਤੰਤਰ ਹੈ ਉਹਨੂੰ ਮਜਬੂਰ ਕਰਨਗੇ ਕਿ ਪਹਿਲਾਂ ਜਿਹੜੀ ਪ੍ਰਾਇੋਰਟੀ ਹੈ ਸਾਡੀ ਹੈਲਥ, ਐਜੂਕੇਸ਼ਨ ਤੇ ਸਾਡਾ ਚੰਗਾ ਫੂਡ, ਸਾਡੀਆਂ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਜ਼ਰੂਰੀ ਨੇ, ਬਾਕੀ ਚੀਜ਼ਾਂ ਬਾਅਦ ਚ ਨੇ। ਸਾਨੂੰ ਪੁਲ ਸੜਕਾਂ ਚਾਹੀਦੀਆਂ ਨੇ, ਪਰ ਉਹਦੇ ਨਾਲ ਦੀ ਨਾਲ ਸਾਨੂੰ ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਜਿਹੜੀਆਂ ਉਹ ਦਿੱਤੀਆਂ ਜਾਣ। ਤੇ ਇਹਦੇ ਲਈ ਲੋਕ ਲਾਮਬੰਦੀ ਹੋਵੇ, ਲੋਕ ਆਪਣੇ ਹੱਕ ਲੈਣ ਲਈ ਚੇਤਨ ਹੋਣ, ਬਾਹਰ ਨਿਕਲਣ ਤੇ ਇਹਨਾਂ ਸਰਕਾਰਾਂ ਨੂੰ ਮਜਬੂਰ ਕਰਨ। ਇਹ ਅਸੀਂ ਉਮੀਦ ਕਰਾਂਗੇ ਜੀ ਆਉਣ ਵਾਲੇ ਸਮੇਂ 'ਚ। ਧੰਨਵਾਦ ਜੀ। ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਭਰਪੂਰ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਕਾਫੀ ਅੱਛੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਤੁਹਾਡੇ ਕੋਲੋਂ ਸੁਣਨ ਨੂੰ ਮਿਲੀਆਂ। ਸਾਡੇ ਦਰਸ਼ਕ ਵੀ ਜ਼ਰੂਰ ਇਹ ਤੋਂ ਜ਼ਰੂਰ ਫਾਇਦਾ ਉਠਾਉਣਗੇ ਔਰ ਉਹਨਾਂ ਨੂੰ ਪਤਾ ਚੱਲਿਆ ਹੋਵੇਗਾ ਕਿ ਸਿਸਟਮ ਦੇ ਵਿੱਚ ਕਿੱਥੇ ਕਿੱਥੇ ਕੀ ਗਲਤੀਆਂ ਨੇ। ਆਉਣ ਵਾਲੇ ਦਿਨਾਂ 'ਚ ਡਾਕਟਰ ਸਾਹਿਬ ਆਪਾਂ ਹੋਰ ਅੱਛੀ ਤਰ੍ਹਾਂ ਡੇਟਾ ਲੈ ਕੇ ਚੰਗੀ ਤਰ੍ਹਾਂ ਤੁਹਾਡੇ ਕੋਲੋਂ ਕੁਝ ਕੁਐਸਚਨ ਪੁੱਛਾਂਗੇ। ਮੈਨੂੰ ਪਤਾ ਤੁਹਾਡੇ ਕੋਲ ਬਹੁਤ ਵਧੀਆ ਨੌਲੇਜ ਹੈ, ਹੋ ਸਕਦਾ ਮੇਰੇ ਕੁਐਸਚਨ 'ਚ ਕੋਈ ਕਮੀ ਨਹੀਂ ਹੋਵੇ ਤੇ ਆਪਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਇਹਨੂੰ ਹੋਰ ਤਰੀਕੇ ਵਧੀਆ ਨਾਲ ਪੇਸ਼ਕਾਰੀ ਕਰਿਆ ਕਰਾਂਗੇ ਜੀ। ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ। ਓਕੇ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਹੋ ਗਿਆ ਬੰਦ? 5 ਮਿੰਟ ਸਾਹ ਲੈ ਲਈਏ, ਫਿਰ ਕਰਦੇ ਇਹਨੂੰ ਕਰ ਦਿਓ।